+2 ਕਲਾਸ। ਸੋ ਉਮੀਦ ਹੈ ਕਿ ਤੁਹਾਨੂੰ ਪਤਾ ਹੋਏਗਾ, ਯਾਦ ਹੋਏਗਾ ਕਿ ਆਪਾਂ ਮੋਲੀਕੂਲਰ ਬੇਸਿਸ ਆਫ ਇਨਹੈਰੀਟੈਂਸ ਚੈਪਟਰ ਸ਼ੁਰੂ ਕੀਤਾ ਹੋਇਆ ਸੀ, ਜਿਹਦੇ ਵਿੱਚ ਅਸੀਂ ਪੜ੍ਹ ਰਹੇ ਹਾਂ ਕਿ ਡੀਐਨਏ ਜੋ ਹੈ ਉਹ ਮੋਲੀਕੂਲਰ ਬੇਸ ਆਫ ਇਨਹੈਰੀਟੈਂਸ ਮੋਲੀਕਿਊਲ ਹੈ, ਜਿਹੜਾ ਕਿ ਇਨਹੈਰੀਟੈਂਸ ਦਾ ਬੇਸ ਬਣਦਾ। ਤੇ ਉਹ ਕੌਣ ਮੋਲੀਕਿਊਲ ਹੈ? ਡੀਐਨਏ। ਸੋ ਅਸੀਂ ਹੁਣ ਉਹਦਾ ਕੀ ਕਰਨਾ ਹੈ, ਫਿਜ਼ੀਕਲ ਸਟਰਕਚਰ ਅਸੀਂ ਅੱਗੇ ਕਰਨਾ। ਸੋ ਐਸਟਬਰੀ ਜਿਹੜੇ ਸੀ ਉਹਨੇ ਜੋ ਸਾਇੰਟਿਸਟ ਸੀਗੇ, ਉਹਨਾਂ ਨੇ ਐਕਸ-ਰੇਜ਼ ਦੀ ਹੈਲਪ ਦੇ ਨਾਲ ਇਹ ਸੁਜੈਸਟ ਕੀਤਾ ਕਿ ਡੀਐਨਏ ਦੀ ਕਨਫੀਗਰੇਸ਼ਨ ਕਿੱਦਾਂ ਦੀ ਹੈ, 3 ਡਾਇਮੈਂਸ਼ਨਲ ਮੋਲੀਕਿਊਲ ਹੈ, ਕਿਉਂਕਿ ਇਹਦੀ ਹਾਈ ਡੈਂਸਿਟੀ ਹੈ। ਹੁਣ ਹਰ ਇੱਕ ਦੇ ਆਪਣੇ ਆਪਣੇ ਪੁਆਇੰਟ ਆਫ ਵਿਊਜ਼ ਹੈ ਨਾ। ਸੋ ਪਿਊਰਿਨਸ ਅਤੇ ਪਾਇਰੀਮੇਟਿਨਸ ਜਿਹੜੀਆਂ ਹੈਗੀਆਂ ਉਹ ਫਲੈਟ ਰਿੰਗਸ ਦੀ ਤਰ੍ਹਾਂ ਹੈਗੀਆਂ ਨੇ, ਜਿਹੜੇ ਕਿ ਉਹੀ ਸੇਮ ਸ਼ੂਗਰ ਅਤੇ ਫਾਸਫੇਟ ਬੇਸਿਕ ਸਟਰਕਚਰ ਤਾਂ ਬੱਚੇ ਸਾਰਿਆਂ ਨੇ ਸੇਮ ਹੀ ਕਿਹਾ ਸੀ, ਥੋੜ੍ਹਾ ਬਹੁਤਾ ਫਰਕ ਦੇ ਨਾਲ ਹਰ ਇੱਕ ਨੇ ਸਟਰਕਚਰ ਨੂੰ ਡੀਐਨਏ ਦੇ ਨੂੰ ਡਿਸਕ੍ਰਾਈਬ ਕੀਤਾ ਹੋਇਆ। ਠੀਕ ਹੈ, ਸੋ ਕਹਿੰਦੇ ਕਿ ਪਿਊਰਿਨਸ ਅਤੇ ਪਾਇਰੀਮੇਟਿਨਸ ਜਿਹੜੀਆਂ ਫਲੈਟ ਰਿੰਗਸ ਦੀ ਤਰ੍ਹਾਂ ਸੀ, ਸ਼ੂਗਰ ਫਾਸਫੇਟ ਬੈਕਬੋਨ ਦੇ ਵਿੱਚੋਂ ਸਟਾਕਡ ਸੀਗੀਆਂ ਇੱਕ ਦੂਸਰੇ ਦੇ ਉੱਪਰ। ਜਿਹੜੇ ਬੇਸ ਪੇਅਰ ਸੀਗੇ ਉਹਨਾਂ ਦੇ ਵਿਚਕਾਰ ਡਿਸਟੈਂਸ ਕਿੰਨੀ ਸੀ? 3.4 ਐਂਗਸਟ੍ਰੋਮ ਸੀਗੀ, ਹੈ ਨਾ। ਠੀਕ ਹੈ, ਇਸੇ ਤਰੀਕੇ ਦੇ ਨਾਲ ਮਿਊਰਾਈਸ ਐਚ.ਐਫ ਵਿਲਕਨਸ ਅਤੇ ਰੋਜ਼ਾਲਿੰਡ ਈ ਫਰੈਂਕਲਿਨ ਜਿਹੜੇ ਸੀਗੇ, ਉਹਨਾਂ ਨੇ ਵੀ ਕਿਹਾ ਕਿ ਐਸਪਰੇ ਦੀ ਇਨਫਲੂਐਂਸ ਨੂੰ ਹੀ ਉਹਨਾਂ ਨੇ ਕੈਰੀ ਕੀਤਾ। ਅਤੇ 1953 ਦੇ ਵਿੱਚ ਉਹਨਾਂ ਨੇ ਐਕਸ-ਰੇ ਡਿਫਰੈਕਸ਼ਨ ਫੋਟੋਗ੍ਰਾਫੀ ਜਿਹੜੀਆਂ ਲਈਆਂ, ਐਕਸ-ਰੇਜ਼ ਪਾਸ ਕੀਤੀਆਂ ਹੈ ਨਾ ਡੀਐਨਏ ਦੇ ਕ੍ਰਿਸਟਲਸ ਦੇ ਵਿੱਚੋਂ ਦੀ, ਤਾਂ ਉਹਨਾਂ ਨੇ ਕੀ ਕਿਹਾ ਕਿ ਡੀਐਨਏ ਦੀ ਹੈਲੀਕਲ ਕਨਫੀਗਰੇਸ਼ਨ ਹੁੰਦੀ ਹੈ ਇਸ ਤਰੀਕੇ ਦਾ। ਸਮਝਦੇ ਪਏ ਹੋ? ਐਕਸ-ਰੇਜ਼ ਪਾਸ ਕਰਨ ਤੋਂ ਬਾਅਦ ਠੀਕ ਹੈ ਉਹਨਾਂ ਨੂੰ ਡੀਐਨਏ ਇਸ ਤਰੀਕੇ ਦਾ ਨਜ਼ਰ ਆਇਆ। ਦੇਖੋ ਕਿਸ ਤਰ੍ਹਾਂ ਕਿੰਨਾ ਫਰਕ ਹੋ ਜਾਂਦਾ। ਠੀਕ ਹੈ, ਪਰ ਹੈਲੀਕਲ ਸਟਰਕਚਰ ਹੀ ਉਹਨਾਂ ਨੂੰ ਨਜ਼ਰ ਆਇਆ। ਹੈਲਿਕਸ ਜਿਹੜੀ ਸੀਗੀ ਹੈ ਨਾ, ਉਹਦਾ ਕੌਂਸਟੈਂਟ ਡਾਇਆਮੀਟਰ ਸੀ, ਉਹੀ ਜੋ ਤੁਸੀਂ ਹੁਣ ਵਾਟਸਨ ਐਂਡ ਕ੍ਰਿਕ ਦਾ ਤੁਹਾਨੂੰ ਮੈਂ ਮੋਡਲ ਪੜ੍ਹਾਉਣਾ ਨਾ, ਬਹੁਤ ਇੰਪੋਰਟੈਂਟ ਡੀਐਨਏ ਦਾ ਸਟਰਕਚਰ ਹੈਗਾ। ਸੋ ਇੱਥੇ ਵੀ ਦੇਖੋ ਇਹ ਹੈਲਿਕਸ ਦੀ ਤਰ੍ਹਾਂ ਹੀ ਨਜ਼ਰ ਆ ਰਿਹਾ ਤੁਹਾਨੂੰ। ਇੱਥੇ ਵੀ ਡਾਇਆਮੀਟਰ ਕਿੰਨਾ ਹੈਗਾ ਡੀਐਨਏ ਦਾ? 20 ਐਂਗਸਟ੍ਰੋਮ। ਇਸੇ ਕਰਕੇ ਹੀ ਡਾਇਆਮੀਟਰ 20 ਹੋਣ ਕਰਕੇ ਹੀ ਇੱਕ ਪਿਊਰਿਨ ਤੇ ਇੱਕ ਪਾਇਰੀਮੇਟਿਨ ਹੈ ਨਾ, ਇੱਕ ਪਿਊਰਿਨ ਤੇ ਇੱਕ ਪਾਇਰੀਮੇਟਿਨ ਜਿਹੜੀ ਹੈਗੀ ਆ ਉਹਨੂੰ ਅਰੇਂਜ ਕਰਨਾ ਪੈਂਦਾ ਸ਼ੂਗਰ ਦੇ ਵਿਚਕਾਰ। ਆ ਬੈਕਬੋਨ ਹਮੇਸ਼ਾ ਹੀ ਸ਼ੂਗਰ ਫੋਸਫੇਟ। ਠੀਕ ਹੈ ਜੀ। ਸੋ ਆ ਇੱਕ ਇਹ ਪੂਰੀ ਇੱਕ ਰਿੰਗ ਬਣ ਗਈ ਨਾ, ਨਾਈਟ੍ਰੋਜਨਸ ਬੇਸਿਸ ਦੀ ਪੂਰੀ ਇੱਕ ਰਿੰਗ। ਇੱਕ ਸਟੈਂਡ ਦੀ ਸ਼ੂਗਰ, ਦੂਜੇ ਸਟੈਂਡ ਦੀ ਸ਼ੂਗਰ ਵਿਚਕਾਰ ਨਾਈਟ੍ਰੋਜਨਸ ਬੇਸ, ਉਸ ਤੋਂ ਬਾਅਦ ਫਾਸਫੋਰਸ ਉੱਦਾਂ ਹੀ ਲੱਗੇ ਹੋਏ ਆ। ਫਿਰ ਅਗਲੀਆਂ ਸ਼ੂਗਰਸ, ਉਹਨਾਂ ਦੇ ਵਿਚਕਾਰ ਠੀਕ ਹੈ ਨਾਈਟ੍ਰੋਜਨਸ ਬੇਸ ਲੱਗੇ ਹੋਏ ਆ। ਸੋ ਇੱਕ ਸ਼ੂਗਰ ਤੇ ਦੂਸਰੀ ਸ਼ੂਗਰ ਦੇ ਵਿਚਕਾਰ ਠੀਕ ਹੈ ਨਾ ਗੈਪ ਜਿਹੜਾ ਹੈਗਾ ਕਿੰਨਾ? 3.4 ਐਂਗਸਟ੍ਰੋਮ ਦਾ। ਇਹ ਮੈਂ ਤੁਹਾਨੂੰ ਬਾਅਦ 'ਚ ਪੜ੍ਹਾਉਂਦੀ ਹਾਂ, ਪਰ ਆ ਵੀ ਗੱਲਾਂ ਇੱਥੇ ਵੀ ਇਹੀ ਕਹੀਆਂ ਗਈਆਂ ਨੇ। ਡਾਇਆਮੀਟਰ ਇੰਨਾ, ਇੱਕ ਕੰਪਲੀਟ ਟਰਨ ਜਿਹੜੀ ਹੈਗੀ ਹੈ ਠੀਕ ਹੈ, ਸੋ ਉਹ 34 ਐਂਗਸਟ੍ਰੋਮ ਲੌਂਗ ਹੈ। ਇਹ ਕੀ ਹੈ? ਇੱਥੋਂ ਵੀ ਤੁਹਾਨੂੰ ਸਮਝ ਆ ਜਾਣਾ ਬੱਚੇ। ਆਹ ਜਿਹੜੀ ਇੱਕ ਕੰਪਲੀਟ ਇਸ ਤਰੀਕੇ ਦੇ ਨਾਲ ਡੀਐਨਏ ਦੀ ਹੈਲੀਕਲ ਸਟਰਕਚਰ ਚੱਲਿਆ, ਇੱਥੇ ਤੱਕ ਪਹੁੰਚਿਆ। ਆਹ ਜਿਹੜੀ ਇੱਕ ਕੰਪਲੀਟ ਟਰਨ ਹੈਗੀ ਆ, ਇਹ 3.4 ਨੈਨੋਮੀਟਰ ਕਹਿ ਲਓ, ਚਾਹੇ 34 ਐਂਗਸਟ੍ਰੋਮ। ਧਿਆਨ ਨਾਲ ਕਨਫਿਊਜ਼ ਨਹੀਂ ਹੋਣਾ ਹੈਗਾ। ਸਮਝਦੇ ਪਏ ਬੱਚੇ? ਪੂਰੀ ਇੱਕ ਟਰਨ ਜਿਹੜੀ ਹੈਗੀ ਉਹ 34 ਐਂਗਸਟ੍ਰੋਮ ਹੈ ਨਾ। ਤੇ ਜਿਹੜਾ ਇੱਕ ਸਟੋਕ ਜਿਹੜਾ ਹੈਗਾ ਨਾਈਟ੍ਰੋਜਨਸ ਬੇਸਿਸ ਦਾ, ਤੇ ਦੂਸਰਾ ਜਿਹੜਾ ਸਟੋਕ ਹੈ, ਉਹਨਾਂ ਦੇ ਵਿਚਕਾਰ ਜਿਹੜਾ ਗੈਪ ਹੈਗਾ ਆ ਨਿੱਕਾ ਜਿਹਾ ਗੈਪ, ਇਹ 3.4 ਐਂਗਸਟ੍ਰੋਮ ਹੈ। ਓਕੇ, ਇਹ 34 ਐਂਗਸਟ੍ਰੋਮ, ਇਹ 3.4 ਐਂਗਸਟ੍ਰੋਮ। ਸਮਝਦੇ ਪਏ ਹੋ ਗੱਲ ਨੂੰ? ਠੀਕ ਹੈ, ਸੋ ਦੋ ਸਟੈਂਡਸ ਪ੍ਰੈਜ਼ੈਂਟ ਹੈਗੇ ਨੇ। ਠੀਕ, ਇਸੇ ਤਰੀਕੇ ਨਾਲ ਉੱਪਰਲੀਆਂ ਇਨਵੈਸਟੀਗੇਸ਼ਨਸ ਜਿਹੜੀਆਂ ਸੀਗੀਆਂ, ਉਹਨਾਂ ਨੇ ਵਾਟਸਨ ਅਤੇ ਕ੍ਰਿਕ ਦੋ ਸਾਇੰਟਿਸਟ ਸੀਗੇ, ਉਹਨਾਂ ਨੂੰ ਬਹੁਤ ਹੈਲਪ ਕੀਤੀ ਡੀਐਨਏ ਦਾ ਮੋਡਲ ਤਿਆਰ ਕਰਨ ਦੇ ਲਈ 1953 ਦੇ ਵਿੱਚ ਹੈ ਨਾ। ਠੀਕ ਹੈ, ਸੋ ਵਾਟਸਨ ਐਂਡ ਕ੍ਰਿਕ ਦੀਆਂ ਜਿਹੜੀਆਂ ਫਾਈਂਡਿੰਗਸ ਸੀਗੀਆਂ, ਵਿਲਕਨਸ ਦੀਆਂ ਜਿਹੜੀਆਂ ਫਾਈਂਡਿੰਗਸ ਸੀ ਉਹਦੇ ਐਸੋਸੀਏਟਸ ਦੀਆਂ, ਉਹਨਾਂ ਨੂੰ ਬਾਅਦ ਵਿੱਚ ਇੱਕ ਬ੍ਰਿਟਿਸ਼ ਜਰਨਲ ਛਪਿਆ ਸੀਗਾ, ਨੇਚਰ। ਠੀਕ ਹੈ ਜੀ, ਉਹਦੇ ਵਿੱਚ ਇਹਨੂੰ ਪਬਲਿਸ਼ ਕੀਤਾ ਗਿਆ। ਦੇਖੋ ਨੇਚਰ ਦੇ ਉੱਤੇ 4 ਵੀ ਲਿਖਿਆ। ਜੇਕਰ ਅਸੀਂ ਇਹਦਾ ਉੱਦਾਂ ਮਤਲਬ ਦੇਖੀਏ ਤਾਂ ਕੀ ਕਿ ਮੋਲੀਕੂਲਰ ਸਟਰਕਚਰ ਆਫ ਨਿਊਕਲਿਕ ਐਸਿਡਸ, ਅ ਸਟਰਕਚਰ ਫੋਰ ਠੀਕ ਹੈ ਡੀਆਕਸੀ ਨਿਊਕਲਿਕ ਐਸਿਡਸ। ਠੀਕ ਹੈ, ਨੇਚਰ 171 1953 ਹੈ ਨਾ। ਠੀਕ ਹੈ, ਸੋ ਇਸ ਤਰੀਕੇ ਨਾਲ ਪੇਜ ਨੰਬਰ ਵੀ ਦਿੱਤਾ ਹੋਇਆ ਉਹਨਾਂ ਨੇ ਤੁਹਾਨੂੰ। ਠੀਕ ਹੈ, ਸੋ ਨੇਚਰ ਨਾਮ ਦੇ ਜਰਨਲ ਦੇ ਵਿੱਚ ਇਹ ਸਾਰਾ ਸਟਰਕਚਰ ਛਪਿਆ ਸੀ। ਠੀਕ ਹੈ, ਸੋ ਇੱਕ ਪੇਜ ਜਿਹੜਾ ਸੀਗਾ, ਇੱਕ ਪੇਜ ਪੂਰਾ ਜਿਹੜਾ ਸੀਗਾ ਵਾਟਸਨ ਐਂਡ ਕ੍ਰਿਕ ਜਿਹੜੇ ਸੀਗੇ, ਉਹਨੇ ਹੀ ਮਤਲਬ ਕਿ ਪੂਰਾ ਸਟਰਕਚਰ ਸਾਨੂੰ ਸਮਝਣ ਦੇ ਵਿੱਚ ਹੈਲਪ ਕਰ ਦਿੱਤੀ ਉਸ ਇੱਕ ਪੇਜ ਨੇ ਨਾ। ਵਾਟਸਨ ਐਂਡ ਕ੍ਰਿਕ ਦਾ ਮੋਡਲ ਠੀਕ ਹੈ, ਸੋ ਇਹਦੇ ਬੱਚੇ ਨੋਬਲ ਪ੍ਰਾਈਜ਼ ਵੀ ਮਿਲਿਆ ਸੀ ਇਹਨਾਂ ਨੂੰ 1962 ਦੇ ਵਿੱਚ। ਠੀਕ ਹੈ, ਡਬਲ ਹੈਲੀਕਲ ਸਟਰਕਚਰ ਹੈਗਾ ਡੀਐਨਏ ਦਾ। ਹੁਣ ਸਾਰਾ ਸਟਰਕਚਰ ਸਮਝ ਲਓ ਧਿਆਨ ਦੇ ਨਾਲ। ਵਾਟਸਨ ਐਂਡ ਕ੍ਰਿਕ ਨੇ ਕੀ ਕਿਹਾ? ਠੀਕ ਹੈ, ਡਬਲ ਹੈਲੀਕਲ ਸਟਰਕਚਰ ਹੈਗਾ। ਹੈਲਿਕਸ ਜਿਹੜੀ ਹੁੰਦੀ ਹੈ ਰਾਈਟ ਹੈਂਡਡ ਹੈ, ਦੇਖੋ ਇੱਧਰ ਨੂੰ ਘੁੰਮ ਰਹੀ ਹੈ ਹੈ ਨਾ, ਰਾਈਟ ਹੈਂਡ। ਉਹ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ, ਡੈਕਸਟਰੋ ਰੋਟੇਟਰੀ ਹੈ ਨਾ। ਓਪਟੀਕਲ ਲਾਈਟ ਨੂੰ ਵੀ ਡੀਐਨਏ ਕਿੱਧਰ ਨੂੰ ਰੋਟੇਟ ਕਰ ਦਿੰਦਾ? ਰਾਈਟ ਸਾਈਡ ਦੇ ਉੱਤੇ। ਠੀਕ ਹੈ ਜੀ, ਸੋ ਰਾਈਟ ਹੈਂਡਡ ਹੈਗੀ ਹੈ ਨਾ। ਅੱਛਾ, ਇਸ ਤਰੀਕੇ ਦੇ ਨਾਲ ਇੱਦਾਂ ਹੈਲੀਕਲ ਟਰਨਸ ਬਣ ਜਾਂਦੀਆਂ। ਇੱਕ ਟਰਨ ਦੇ ਅੰਦਰ 10 ਨਾਈਟ੍ਰੋਜਨਸ ਬੇਸ ਇੱਦਾਂ ਦੀਆਂ ਕਿੰਨੀਆਂ ਰਿੰਗਸ ਬੱਚੇ ਜੁੜ ਜਾਂਦੀਆਂ? 1 2 3 4, ਇੱਥੇ ਤੁਹਾਨੂੰ ਥੋੜ੍ਹੀਆਂ ਦਿਖਾਈਆਂ ਨਾ। ਇੱਕ ਟਰਨ ਦੇ ਅੰਦਰ 10 ਠੀਕ ਹੈ
ਰਿੰਗਸ ਜਿਹੜੀਆਂ ਹੈਗੀਆਂ ਨੇ ਉਹ ਜੁੜ ਜਾਂਦੀਆਂ। ਇੱਕ ਪੂਰੀ ਟਰਨ ਜਿਹੜੀ ਹੁੰਦੀ ਹੈ ਨਾ, ਠੀਕ ਹੈ। ਸੋ ਉਹਦੀ ਲੰਬਾਈ 34 ਐਂਗਸਟ੍ਰੋਮ ਹੈ, ਮੈਂ ਪਹਿਲਾਂ ਹੀ ਦੱਸਿਆ ਹੈ ਨਾ। ਇੱਕ ਨਾਈਟ੍ਰੋਜਨਸ ਬੇਸ ਤੇ ਦੂਸਰੇ ਨਾਈਟ੍ਰੋਜਨਸ ਬੇਸ ਦੇ ਵਿਚਕਾਰ ਗੈਪ ਜਿਹੜਾ ਹੈਗਾ ਉਹ 3.4 ਐਂਗਸਟ੍ਰੋਮ ਹੁੰਦਾ। ਡੀਐਨਏ ਦੀ ਸਟਰੋਂਗ ਬੈਕਬੋਨ, ਬੜੀ ਹੀ ਸੋਲਿਡ ਬੈਕਬੋਨ ਹੁੰਦੀ ਹੈ ਬੱਚੇ, ਜਿਹੜੀ ਕਿ ਕਾਹਦੀ ਬਣੀ ਹੁੰਦੀ ਹੈ, ਸ਼ੂਗਰ ਫਾਸਫੇਟ ਬੋਨਸ ਦੀ ਬਣੀ ਹੁੰਦੀ ਹੈ। ਇੱਕ ਸ਼ੂਗਰ ਇੱਕ ਫਾਸਫੇਟ ਹੈ ਨਾ, ਠੀਕ ਹੈ। ਸੋ ਇਸ ਤਰੀਕੇ ਨਾਲ ਬੱਚੇ ਦੀ ਬੈਕਬੋਨ ਬਣੀ ਹੁੰਦੀ ਹੈ। ਸ਼ੂਗਰ ਦੇ ਵਿਚਕਾਰ ਨਾਈਟ੍ਰੋਜਨਸ ਬੇਸਿਸ, ਮੈਂ ਤੁਹਾਨੂੰ ਕਿੰਨੀ ਵਾਰੀ ਦੱਸ ਦਿੱਤਾ ਹੈ ਨਾ। ਇੱਧਰ ਜੇਕਰ ਐਡਨਿਨ ਹੈ, ਇੱਕ ਸਟੈਂਡ ਦੇ ਵਿੱਚ ਜੇਕਰ ਐਡਨਿਨ ਹੈ ਤੇ ਉਹਦੇ ਬਰਾਬਰ ਦੂਸਰੇ ਸਟੈਂਡ ਵੱਲੋਂ ਕੌਣ ਆਏਗਾ, ਥਾਇਆਮੀਨ। ਇਹਨਾਂ ਦੋਨਾਂ ਦੇ ਵਿਚਕਾਰ ਹਮੇਸ਼ਾ ਹੀ ਡਬਲ ਬੌਂਡ ਹੁੰਦਾ। ਜੇਕਰ ਹੁਣ ਇੱਧਰ ਵਾਲੇ ਪਾਸੇ ਥਾਇਆਮੀਨ ਹੈ, ਇੱਧਰ ਐਡਨਿਨ ਆ ਜਾਊਗਾ, ਇੱਧਰ ਸਾਈਟੋਸਿਨ ਤੇ ਇੱਧਰ ਗੁਆਨਿਨ, 3 ਹਾਈਡਰੋਜਨ ਬੌਂਡ ਆ ਜਾਂਦੇ ਆ। ਸਮਝਦੇ ਪਏ ਗੱਲ ਨੂੰ। ਟੀ ਤੇ ਏ ਦੇ ਵਿਚਕਾਰ ਹਮੇਸ਼ਾ ਹੀ ਡਬਲ ਬੌਂਡ, ਸੀ ਤੇ ਜੀ ਦੇ ਵਿਚਕਾਰ ਹਮੇਸ਼ਾ ਹੀ ਟ੍ਰਿਪਲ ਬੌਂਡ। ਸੋ ਨੈਚੁਰਲੀ ਬੱਚੇ ਡੀਐਨਏ ਦਾ ਇਹ ਪਾਰਟ ਬਹੁਤ ਹੀ ਸੋਲਿਡ ਹੋਏਗਾ, ਕਿਉਂਕਿ ਇੱਥੇ 3 ਇਹ ਹਾਈਡਰੋਜਨ ਬੌਂਡ ਹੁੰਦੇ ਆ, ਠੀਕ ਹੈ ਜੀ। ਸੋ ਇਹ ਅਸੀਂ ਇੰਪੋਰਟੈਂਟ ਗੱਲਾਂ ਇੱਥੇ ਪੜ੍ਹਨੀਆਂ ਹੈ ਨਾ, ਠੀਕ ਹੈ। ਹੋਰੀਜੋਨਟਲ ਰਿੰਗਸ ਜਿਹੜੀਆਂ ਹੈਗੀਆਂ ਸ਼ੂਗਰ ਦੇ ਵਿਚਕਾਰ ਡੀਐਨਏ ਜਿਹੜੇ ਨਾਈਟ੍ਰੋਜਨਸ ਬੇਸਿਸ ਹੈ ਇਸ ਤਰੀਕੇ ਦੇ ਨਾਲ ਸਟਾਕਡ ਹੁੰਦੇ ਆ, ਠੀਕ ਹੈ। ਡਾਇਆਮੀਟਰ ਉਹੀ 20 ਐਂਗਸਟ੍ਰੋਮ ਹੁੰਦਾ। ਡੀਐਨਏ ਦਾ ਇੱਕ ਸਟੈਂਡ ਜਿਹੜਾ ਹੈਗਾ, ਠੀਕ ਹੈ ਜੀ। ਸੋ ਇੱਧਰ ਜੇਕਰ ਅਸੀਂ ਦੇਖੀਏ ਇਹ 5 ਪ੍ਰਾਈਮ ਐਂਡ ਹੈ, ਇਹਦਾ ਜਿਹੜਾ ਦੂਸਰਾ ਸਿਰਾ ਹੋਏਗਾ ਉਹ 3 ਪ੍ਰਾਈਮ ਹੋਏਗਾ, ਹੈ ਨਾ, ਠੀਕ ਹੈ। ਇਸੇ ਤਰੀਕੇ ਦੇ ਨਾਲ ਇਹ ਐਂਡ ਜਿਹੜਾ ਹੈਗਾ ਜੇਕਰ 5 ਪ੍ਰਾਈਮ ਹੈ ਤੇ ਇਹਦਾ ਜਿਹੜਾ ਦੂਸਰਾ ਐਂਡ ਹੋਏਗਾ ਉਹ 3 ਪ੍ਰਾਈਮ ਹੋਏਗਾ। ਹਾਂ ਐਂਡ ਇਹ ਐਂਡ ਜਿਹੜਾ ਹੈਗਾ 5 ਪ੍ਰਾਈਮ ਹੈ, ਇੱਧਰ ਨੂੰ ਆ ਜਾਓ, ਇਸ ਤਰ੍ਹਾਂ ਆ ਜਾਓ, ਇੱਦਾਂ ਆ ਜਾਓ। ਆ ਜਿਹੜਾ ਐਂਡ ਹੋਏਗਾ 3 ਪ੍ਰਾਈਮ ਹੋਏਗਾ। ਸਮਝਦੇ ਪਏ ਹੋ। ਇਹ 3 ਪ੍ਰਾਈਮ ਟੂ 5 ਪ੍ਰਾਈਮ, ਆ ਵਾਲਾ ਐਂਡ 5 ਪ੍ਰਾਈਮ ਟੂ 3 ਪ੍ਰਾਈਮ, ਓਕੇ। ਐਂਟੀ ਪੈਰਲਲ ਹੁੰਦੇ ਆ ਡੀਐਨਏ ਦੀਆਂ ਦੋਨੋਂ ਚੇਨਸ, ਕੀ ਹੁੰਦੀਆਂ ਇੱਕ ਦੂਸਰੇ ਦੇ ਐਂਟੀ ਪੈਰਲਲ ਹੁੰਦੇ ਆ। ਸਮਝਦੇ ਪਏ ਗੱਲ ਨੂੰ, ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇਹ ਤੁਹਾਨੂੰ ਇੰਪੋਰਟੈਂਟ ਗੱਲਾਂ ਜਿਹੜੀਆਂ ਪਤਾ ਲੱਗੀਆਂ, ਠੀਕ ਹੈ। ਸੋ ਪੋਟੈਂਸ਼ੀਅਲ ਆਫ ਵਾਟਸਨ ਐਂਡ ਕ੍ਰਿਕ ਮਾਡਲ ਕੀ ਹੈ। ਵਾਟਸਨ ਐਂਡ ਕ੍ਰਿਕ ਮਾਡਲ ਜਿਹੜਾ ਹੈਗਾ, ਠੀਕ ਹੈ, ਸਿਰਫ ਸਾਨੂੰ ਡੀਐਨਏ ਦਾ ਸਟਰਕਚਰ ਹੀ ਨਹੀਂ ਦੱਸਦਾ, ਸਾਨੂੰ ਇਹ ਵੀ ਦੱਸਦਾ ਕਿ ਡੀਐਨਏ ਮੋਲੀਕੂਲ ਆਪਣੇ ਆਪ ਨੂੰ ਰੈਪਲੀਕੇਟ ਕਰ ਸਕਦਾ ਫੇਥਫੁਲੀ, ਹੈ ਨਾ, ਠੀਕ ਹੈ। ਸੋ ਜਨਰੇਸ਼ਨ ਆਫਟਰ ਜਨਰੇਸ਼ਨ ਕਾਫੀ ਸਟੇਬਲ ਮੋਲੀਕੂਲ ਹੈਗਾ, ਹੈ ਨਾ। ਦੂਸਰਾ ਇਹ ਸਾਨੂੰ ਕੀ ਦੱਸਦਾ ਹੈਗਾ, ਠੀਕ ਹੈ। ਸੋ ਵਾਟਸਨ ਐਂਡ ਕ੍ਰਿਕ ਜਿਹੜੇ ਸੀਗੇ ਉਹ ਅਵੇਅਰ ਸੀਗੇ ਆਪਣੇ ਮਾਡਲ ਦੇ ਬਾਰੇ ਦੇ ਵਿੱਚ। ਉਹਨਾਂ ਨੇ ਫਿਰ ਉਹੀ ਦੱਸਿਆ ਨਾ ਤੁਹਾਨੂੰ ਪਿੱਛੇ ਵੀ, ਨੇਚਰ ਨਾਮ ਦੇ ਜਰਨਲ ਦੇ ਵਿੱਚ ਇਹ ਸਭ ਕੁਛ ਜਿਹੜਾ ਹੈਗਾ ਉਹ ਪਬਲਿਸ਼ ਕੀਤਾ ਸੀਗਾ, ਠੀਕ ਹੈ। ਸਪੈਸੀਫਿਕ ਪੇਅਰਿੰਗ ਹੈਗੀ ਹੈ, ਸੋ ਇੱਥੋਂ ਪਤਾ ਲੱਗਦਾ ਕਿ ਜੈਨੇਟਿਕ ਮਟੀਰੀਅਲ ਦੀ ਕਾਪੀ ਹੋ ਸਕਦੀ ਹੈ। ਹੁਣ ਸੈਂਸ ਐਂਡ ਐਂਟੀ ਸੈਂਸ ਸਟੈਂਡਸ ਆ ਗਏ, ਨਾਮ ਤੋਂ ਪਤਾ ਲੱਗਦਾ ਪਿਆ ਬੱਚੇ। ਅਸੀਂ ਕਹਿੰਦੇ ਨਾ ਸੈਂਸ ਜਿਹਨੂੰ ਅਕਲ ਹੈਗੀ, ਇੱਥੇ ਅਕਲ ਦਾ ਕੀ ਮਤਲਬ ਹੈਗਾ ਵੀ ਡੀਐਨਏ ਦੇ ਉਹ ਸਟੈਂਡ, ਠੀਕ ਹੈ, ਜਿਹਦੇ 'ਚ ਸਾਰੀ ਦੀ ਸਾਰੀ ਜੈਨੇਟਿਕ ਇਨਫੋਰਮੇਸ਼ਨ ਹੈ। ਡੀਐਨਏ ਦੇ ਦੋਨੋਂ ਸਟੈਂਡਸ ਦੇ ਵਿੱਚ ਬੱਚੇ ਜੈਨੇਟਿਕ ਇਨਫੋਰਮੇਸ਼ਨ ਨਹੀਂ ਹੁੰਦੀ। ਸੋ 2 ਚੇਨਸ ਹੈਗੀਆਂ ਨੇ ਡੀਐਨਏ ਦੀਆਂ, ਉਹਦੇ ਵਿੱਚੋਂ ਦੀ ਜਿਸ ਚੇਨ ਦੇ ਅੰਦਰ ਸਾਰੀ ਜੈਨੇਟਿਕ ਇਨਫੋਰਮੇਸ਼ਨ, ਉਹਨੂੰ ਸੈਂਸ ਸਟੈਂਡ ਕਹਿੰਦੇ ਆ। ਜਿਹੜੀ ਕੰਪਲੀਮੈਂਟਰੀ ਚੇਨ ਹੈਗੀ ਆ ਉਹਨੂੰ ਮਿਸ ਸੈਂਸ ਚੇਨ ਕਹਿੰਦੇ ਆ। ਸੋ ਮਿਸ ਸੈਂਸ ਚੇਨ ਜਿਹੜੀ ਹੈਗੀ ਹੈ ਉਹ ਵੀ ਇੰਪੋਰਟੈਂਟ ਹੈ ਰੈਪਲੀਕੇਸ਼ਨ ਦੇ ਵਿੱਚ ਡੀਐਨਏ ਦੇ, ਹੈ ਨਾ, ਭਾਵੇਂ ਉਹ ਰੈਪਲੀਕੇਸ਼ਨ 'ਚ ਡਾਇਰੈਕਟ ਭਾਗ ਨਹੀਂ ਲੈਂਦੀ। ਕਿਉਂਕਿ ਤੁਹਾਡੇ ਕੋਲ ਛੋਟੀ ਜਿਹੀ ਟਰਮ ਆ ਗਈ ਸਿਸਟਰੋਨ, ਸਮਝਦੇ ਹੋ। ਸੋ ਸੈਂਸ ਸਟੈਂਡ ਦਾ ਜਿਹੜਾ ਇੱਕ ਪਾਰਟ ਜਿਹੜਾ ਕਿ ਕੋਡ ਕਰਦਾ ਪਿਆ ਕਿਹਦੇ ਲਈ, ਪੋਲੀਪੈਪਟਾਈਡ ਨਹੀਂ, ਕਿਉਂਕਿ ਬੱਚੇ ਕੱਲ੍ਹ ਨੂੰ ਡੀਐਨਏ ਦੇ ਅੰਦਰ ਜਿਹੜੀ ਇਨਫੋਰਮੇਸ਼ਨ ਹੈ, ਡੀਐਨਏ ਨੇ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਐਕਸਪ੍ਰੈਸ ਕਰਨਾ ਹੈ, ਪ੍ਰੋਟੀਨ ਸਿੰਥਸਿਸ ਕਰਵਾ ਕੇ। ਕਿੱਦਾਂ ਪਤਾ ਲੱਗੂਗਾ ਡੀਐਨਏ ਫੰਕਸ਼ਨ ਕਰਦਾ ਪਿਆ ਕਿ ਨਹੀਂ, ਪੋਲੀਪੈਪਟਾਈਡਸ ਬਣਾ ਕੇ, ਪ੍ਰੋਟੀਨਸ ਬਣਾ ਕੇ, ਹੈ ਨਾ, ਠੀਕ ਹੈ। ਸੋ ਜਿਹੜਾ ਸੈਂਸ ਸਟੈਂਡ ਹੈਗਾ ਡੀਐਨਏ ਦਾ, ਉਹਦੇ ਅੰਦਰ ਕੀ ਹੈ, ਠੀਕ ਹੈ। ਸੋ ਕੋਡਸ ਪ੍ਰੈਜ਼ੈਂਟ ਹੈਗੇ ਨੇ, ਉਹਨਾਂ ਨੂੰ ਕਹਿੰਦੇ ਸਿਸਟਰੋਨ, ਹੈ ਨਾ। ਸੋ ਸਿਸਟਰੋਨ ਦੇ ਅੰਦਰ ਬਹੁਤ ਸਾਰੇ ਕੋਡੋਨਸ ਹੁੰਦੇ ਆ। ਪਹਿਲਾਂ ਤੁਹਾਨੂੰ ਸਿਸਟਰੋਨ ਦੀ ਸਮਝ ਹੋਣੀ ਚਾਹੀਦੀ ਹੈ, ਕੋਡੋਨ ਬਾਅਦ ਦੇ ਵਿੱਚ ਹੈ। ਇੱਕ ਕੋਡੋਨ ਜਿਹੜਾ ਹੈਗਾ ਉਹ 3 ਕੌਨਸੀਕਿਊਟਿਵ ਨਾਈਟ੍ਰੋਜਨਸ ਬੇਸਿਸ ਦਾ ਬਣਿਆ ਹੋਇਆ। ਸਮਝਦੇ ਪਏ ਹੋ। ATA ਕੌਣ ਹੁੰਦਾ ਬੱਚੇ, ਨਾਈਟ੍ਰੋਜਨਸ ਬੇਸਿਸ। ਹੁਣ ਕਿੰਨੀ ਵਾਰੀ ਦੱਸ ਦਿੱਤਾ, ATC ਤੇ G 4 ਨਾਈਟ੍ਰੋਜਨਸ ਬੇਸਿਸ ਹੈਗੇ ਆ। ਸਮਝਦੇ ਪਏ ਗੱਲ ਨੂੰ। 3 ਨਾਈਟ੍ਰੋਜਨਸ ਬੇਸਿਸ ਦੇ ਜੋੜੇ ਮਿਲ ਕੇ ਕੋਡੋਨ ਬਣਾਉਂਦੇ ਆ। ਸਮਝਦੇ ਪਏ ਗੱਲ ਨੂੰ। ਸੋ ਸੈਂਸ ਸਟੈਂਡ ਦਾ, ਠੀਕ ਹੈ, ਇੱਕ ਪਾਰਟ ਜਿਹੜਾ ਕਿ ਕੋਡ ਕਰਦਾ ਹੈਗਾ ਪੋਲੀਪੈਪਟਾਈਡ ਦੇ ਲਈ, ਉਹਨੂੰ ਅਸੀਂ ਸਿਸਟਰੋਨ ਕਹਿੰਦੇ ਹਾਂ। ਸਿਸਟਰੋਨ ਦੇ ਅੰਦਰ ਬਹੁਤ ਸਾਰੇ ਕੋਡੋਨਸ ਹੁੰਦੇ ਆ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਇਨਫੋਰਮੇਸ਼ਨ ਦਿੰਦਾ ਡੀਐਨਏ। ਸੋ ਕੋਡੋਨ 3 ਨਾਈਟ੍ਰੋਜਨਸ ਬੇਸਿਸ ਦੇ ਬਣੇ ਹੋਏ ਆ। ਅੱਗੇ ਤੁਹਾਡੇ ਕੋਲ ਇੰਪੋਰਟੈਂਟ ਆ ਗਿਆ, ਠੀਕ ਹੈ, ਪੈਕੇਜਿੰਗ ਆਫ ਡੀਐਨਏ ਹੈਲਿਕਸ। ਇੱਥੋਂ ਤੁਹਾਨੂੰ ਪਤਾ ਲੱਗਣਾ ਕ੍ਰੋਮੋਸੋਮਸ ਕਿਸ ਤਰ੍ਹਾਂ ਬਣਦੇ ਆ ਨਾ, ਸਾਨੂੰ ਉੱਥੋਂ ਸਮਝ ਆਊਗਾ ਕਿ ਵੀ ਅਸੀਂ ਕਹਿੰਦੇ ਨੇ ਡੀਐਨਏ ਸਾਡਾ ਜੈਨੇਟਿਕ ਮਟੀਰੀਅਲ ਹੈਗਾ। ਕਦੀ ਅਸੀਂ ਕਹਿੰਦੇ ਨੇ ਅਸੀਂ ਆਪਣੇ ਪੇਰੈਂਟਸ ਕੋਲੋਂ ਕ੍ਰੋਮੋਸੋਮਸ ਲਏ ਹੋਏ ਆ 23 ਹੈ ਨਾ, ਠੀਕ ਹੈ। ਸੋ ਉਹ ਵੀ ਬਹੁਤ ਇੰਪੋਰਟੈਂਟ ਹੈ ਨਾ। ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਡੀਐਨਏ ਲਿਆ ਹੋਇਆ ਪੇਰੈਂਟਸ ਕੋਲੋਂ, ਐਕਚੁਅਲੀ ਇਹਦੇ ਵਿੱਚ ਅਸੀਂ ਕ੍ਰੋਮੋਸੋਮਸ ਕਹਿੰਦੇ ਹਾਂ। ਨਹੀਂ, ਅਸੀਂ ਤੁਹਾਨੂੰ ਸਿਖਾਇਆ ਕਿੰਨੀ ਵਾਰੀ, ਐਕਸ ਮਦਰ ਵੱਲੋਂ ਆ ਗਿਆ, ਵਾਈ ਫਾਦਰ ਵੱਲੋਂ ਆ ਗਿਆ, ਇਸ ਤਰੀਕੇ ਦੇ ਨਾਲ ਨਾ ਉਹ ਤੁਹਾਨੂੰ ਸਾਰੀਆਂ ਗੱਲਾਂ ਪਤਾ ਲੱਗੂਗੀਆਂ। ਫਿਰ ਜੀਨਸ, ਕ੍ਰੋਮੋਸੋਮਸ ਦੇ ਉੱਪਰ ਜੀਨਸ ਵੀ ਪ੍ਰੈਜ਼ੈਂਟ ਹੈਗੀਆਂ। ਮੇਨ ਕ੍ਰੋਮੋਸੋਮਸ ਹੈ, ਕ੍ਰੋਮੋਸੋਮ ਜਿਹੜੇ ਹੈਗੇ ਆ, ਠੀਕ ਹੈ, ਉਹ ਫਿਰ ਡੀਐਨਏ ਦੇ ਬਣੇ ਹੁੰਦੇ ਆ, ਹੈ ਨਾ। ਡੀਐਨਏ ਦੇ ਉੱਤੇ ਫਿਰ ਉਹਨਾਂ ਦੇ ਉੱਤੇ ਛੋਟੇ ਛੋਟੇ ਸੈਗਮੈਂਟਸ ਜਿਹੜੇ ਹੁੰਦੇ ਆ ਡੀਐਨਏ ਦੇ, ਉਹੀ ਜੀਨਸ ਹੈ ਨਾ। ਸੋ ਤੁਹਾਨੂੰ ਪੈਕੇਜਿੰਗ ਦੱਸਣ ਲੱਗੇ ਆ, ਠੀਕ ਹੈ। ਸੋ ਕਿਸ ਤਰੀਕੇ ਦੇ ਨਾਲ ਪ੍ਰੋਟੀਨਸ ਦੇ ਉੱਤੇ ਲਪੇਟੇ ਹੋਏ ਆ ਡੀਐਨਏ, ਉਸ ਸਟਰਕਚਰ ਨੂੰ ਬੱਚੇ ਅਸੀਂ ਕਹਿੰਦੇ ਨਿਊਕਲੀਓਸੋਮ,
ਹੈ ਨਾ। ਡੀਐਨਏ ਹੈਲਿਕਸ ਦੀ ਜਿਹੜੀ ਲੈਂਥ ਹੈਗੀ ਆ ਮੈਮੀਲੀਅਨ ਸੈੱਲ ਦੇ ਵਿੱਚ ਬੜੇ ਲੰਬੇ ਹੁੰਦੇ ਆ ਡੀਐਨਏ ਮੋਲੀਕਿਊਲਸ ਦਾ ਨਾ। ਸੋ 2.2 ਮੀਟਰ ਹੁੰਦੀ ਹੈ ਇਹਨਾਂ ਦੀ ਲੰਬਾਈ ਜਿਹੜੀ ਹੈਗੀ ਹੈ, ਠੀਕ ਹੈ। ਸੋ ਨਿਊਕਲੀਅਸ ਦੇ ਅੰਦਰ ਦੇਖੋ ਕਿਸ ਤਰੀਕੇ ਨਾਲ ਇੰਨਾ ਲੰਬਾ ਡੀਐਨਏ ਜਿਹੜਾ ਹੈਗਾ ਉਹ ਪੈਕਡ ਹੈ। ਬੱਚੇ ਆਹ ਸਟਰਕਚਰ ਹੈ ਨਿਊਕਲੀਓਸੋਮ ਦਾ। ਜੇਕਰ ਤੁਹਾਨੂੰ ਉੱਦਾਂ ਇੱਕ ਚੇਨ ਦਿਖਾਈ ਜਾਵੇ ਕ੍ਰੋਮੇਟਿਨ ਫਾਈਬਰਸ, ਹੈ ਨਾ, ਜਿਹੜੇ ਕ੍ਰੋਮੇਟਿਨ ਹੁੰਦੇ ਕ੍ਰੋਮੋਸੋਮਸ ਕ੍ਰੋਮੇਟਿਨ ਫਾਈਬਰਸ ਦੇ ਬਣੇ ਹੁੰਦੇ। ਸੋ ਆਹ ਗੋਲ ਗੋਲ ਗ੍ਰੇ ਕਲਰ ਦੇ ਕੌਣ ਹੈ? ਨਿਊਕਲੀਓਸੋਮਸ। ਤਾਂ ਬੱਚੇ ਇੱਕ ਨਿਊਕਲੀਓਸੋਮ ਤੇ ਦੂਸਰਾ ਨਿਊਕਲੀਓਸੋਮ ਇੱਕ ਦੂਸਰੇ ਨਾਲ ਕਿੱਦਾਂ ਜੁੜੇ ਹੋਏ? ਛੋਟੇ ਜਿਹੇ ਡੀਐਨਏ ਲਿੰਕਰਸ ਦੇ ਦੁਆਰਾ। ਕਿਹਦੇ ਨਾਲ ਜੁੜੇ ਹੋਏ ਆ? ਡੀਐਨਏ ਲਿੰਕਰਸ ਦੇ ਨਾਲ। ਸੋ ਇੱਕ ਨਿਊਕਲੀਓਸੋਮ ਤੇ ਡੀਐਨਏ ਲਿੰਕਰ ਮਿਲ ਕੇ ਅੱਗੇ ਤੋਂ ਅੱਗੇ ਕੀ ਬਣਾਉਂਦੇ ਆ? ਕ੍ਰੋਮੈਟੋਸੋਮਸ। ਠੀਕ ਹੈ ਜੀ, ਕੋਈ ਔਖੀ ਗੱਲ ਨਹੀਂ ਹੈਗੀ। ਹੁਣ ਮੈਂ ਤੁਹਾਨੂੰ ਸਮਝਾਉਂਦੀ ਹਾਂ ਐਕਚੁਅਲੀ ਹੁੰਦਾ ਕੀ ਹੈ। ਸੋ ਬੱਚੇ 8 ਮੋਲੀਕਿਊਲਸ ਪ੍ਰੈਜ਼ੈਂਟ ਹੈਗੇ ਓਕਟਾਮਰ ਹਿਸਟੋਨਸ ਦੇ। ਉੱਦਾਂ 4 ਮੋਲੀਕਿਊਲ ਆ, ਪਰ ਚਾਰੇ ਮੋਲੀਕਿਊਲ ਦੇ ਦੋ ਅੱਗੋਂ ਐਟਮਸ ਟਾਈਪਸ ਪ੍ਰੈਜ਼ੈਂਟ ਹੈਗੀਆਂ ਨੇ। ਜਿਵੇਂ ਠੀਕ ਹੈ, ਕਿਹੜੀਆਂ 4 ਹਿਸਟੋਨ ਪ੍ਰੋਟੀਨਸ ਪ੍ਰੈਜ਼ੈਂਟ ਹੈਗੀਆਂ ਨੇ ਨਿਊਕਲੀਓਸੋਮਸ ਦੇ ਅੰਦਰ? H1, H2B, H2A, H3, H4। ਫਿਰ ਸੁਣੋ ਧਿਆਨ ਦੇ ਨਾਲ, ਠੀਕ ਹੈ। ਨਿਊਕਲੀਓਸੋਮ ਕਿੱਦਾਂ ਦਾ ਸਟਰਕਚਰ ਹੈਗਾ ਕਿ ਵੀ 8 ਮੋਲੀਕਿਊਲ ਪ੍ਰੋਟੀਨ ਦੇ ਹੁੰਦੇ ਆ, ਉਹਦੇ ਉੱਤੇ ਡੀਐਨਏ ਲਪੇਟਿਆ ਹੁੰਦਾ, ਇਸ ਚੀਜ਼ ਦਾ ਬਣਿਆ ਹੁੰਦਾ ਨਿਊਕਲੀਓਸੋਮ। ਆ ਜਿਹੜੇ ਤੁਹਾਨੂੰ ਗ੍ਰੇ ਕਲਰ ਦੇ ਦਿਖਾਏ ਆ, ਮੈਂ ਤੁਹਾਨੂੰ ਹੋਰ ਇਹਦਾ ਸਟਰਕਚਰ ਦਿਖਾਣੀ। ਸੋ ਬੱਚੇ ਇਹ ਜਿਹੜੇ 8 ਪ੍ਰੋਟੀਨ ਦੇ ਮੋਲੀਕਿਊਲ ਹੈ ਨਾ, ਠੀਕ ਹੈ। ਸੋ ਮੈਂ ਕੀ ਕਿਹਾ ਕਿ ਉੱਦਾਂ 4 ਹੈ, ਪਰ ਚਾਰਾਂ ਦੇ 2 ਮੋਲੀਕਿਊਲ ਤੇ 4 ਦੂਣੀ 8। ਕਿਹੜੀਆਂ ਹਿਸਟੋਨ ਪ੍ਰੋਟੀਨਸ ਪ੍ਰੈਜ਼ੈਂਟ ਹੈਗੀਆਂ ਨਿਊਕਲੀਓਸੋਮ ਦੇ ਅੰਦਰ? H1, H2A, ਠੀਕ ਹੈ, H2B, H3 ਤੇ H4। ਦੇਖੋ ਕਿੰਨੀਆਂ ਡਿਸਕਵਰੀਜ਼ ਕੀਤੀਆਂ ਹੋਈਆਂ, ਹੈ ਨਾ, ਠੀਕ ਹੈ। ਸੋ ਬਾਕੀ ਤੁਹਾਨੂੰ ਇਹਦੀ ਬਹੁਤੀ ਡਿਟੇਲ ਦੀ ਜ਼ਰੂਰਤ ਨਹੀਂ ਹੈਗੀ, ਹੈ ਨਾ। ਸੋ ਇਹਨਾਂ ਦੇ 2 ਮੋਲੀਕਿਊਲ ਪ੍ਰੈਜ਼ੈਂਟ ਹੈ। ਓਕਟਾਮਰ 8 ਨੂੰ ਅਸੀਂ ਕੀ ਕਹਾਂਗੇ? ਓਕਟਾਮਰ। ਤੇ ਦੇਖੋ ਇਹਦੇ ਉੱਤੇ ਡੀਐਨਏ ਮੋਲੀਕਿਊਲਸ ਕਿੱਦਾਂ ਲਪੇਟੇ ਹੋਏ ਆ, ਡੀਐਨਏ ਹੈਲਿਕਸ, ਹੈ ਨਾ, ਠੀਕ ਹੈ। ਸੋ ਇਹ ਦੇਖੋ ਇਸ ਤਰੀਕੇ ਦੇ ਨਾਲ ਦਿਖਾਇਆ ਤੁਹਾਨੂੰ ਬੱਚੇ। ਡੀਐਨਏ ਡਬਲ ਹੈਲਿਕਸ ਹੈਗੀ ਹੈ ਹਿਸਟੋਨ ਪ੍ਰੋਟੀਨਸ ਦੇ ਉੱਤੇ ਲਿਪਟੀ ਹੋਈ ਹੈ, ਹੈ ਨਾ। ਫਿਰ ਇਹ ਅੱਗੇ ਤੋਂ ਅੱਗੇ ਗੋਲ ਗੋਲ ਹੈ ਨਾ ਨਿਊਕਲੀਓਸੋਮਸ ਡੀਐਨਏ ਲਿੰਕਰਸ ਬਣਦੇ ਜਾਂਦੇ ਆ। ਅਤੇ ਇਹ ਫਿਰ ਜੇਕਰ ਅਸੀਂ ਇਹਨਾਂ ਨੂੰ ਪੂਰਾ ਖੋਲੀਏ ਤਾਂ ਬੱਚੇ ਦੇਖੋ ਕ੍ਰੋਮੋਜ਼ੋਮ ਨਿਕਲ ਆਉਂਦਾ ਇਹਦੇ ਵਿੱਚੋਂ ਦੀ। ਇਹ ਲੂਪਡ ਡੋਮੇਨਸ ਬਣ ਜਾਂਦੀਆਂ ਜਦੋਂ ਅਸੀਂ ਇਹਨਾਂ ਸਟਰਕਚਰਸ ਨੂੰ ਖੋਲਾਂਗੇ ਨਾ। ਸੋ ਇੱਦਾਂ ਦੀਆਂ ਲੂਪਸ ਬਣ ਜਾਂਦੀਆਂ, ਅਤੇ ਇਹ ਲੂਪਸ ਬੱਚੇ ਕੌਣ ਹੈ? ਕ੍ਰੋਮੋਜ਼ੋਮਸ ਹੈ, ਹੈ ਨਾ। ਇਹ ਫਰਦਰ ਕੰਡੈਂਸ ਹੋ ਗਏ ਮੈਟਾਫੇਸ ਕ੍ਰੋਮੋਜ਼ੋਮਸ ਦੇ ਵਿੱਚ। ਆਹ ਕ੍ਰੋਮੋਜ਼ੋਮਸ ਹੈਗੇ ਨੇ, ਠੀਕ ਹੈ। ਸੋ ਆਹ ਦੇਖੋ ਕੀ ਹੈ? ਪ੍ਰੋਗਰੈਸਿਵ ਫੋਲਡਿੰਗ ਆਫ ਕ੍ਰੋਮੇਟਿਨ ਫਾਈਬਰਸ, ਠੀਕ ਹੈ, ਜਿਨ੍ਹਾਂ ਨੇ ਕਿ 1400 ਨੈਨੋਮੀਟਰ ਥਿਕ ਯੂਕੈਰੀਓਟਿਕ ਕ੍ਰੋਮੋਜ਼ੋਮ ਬਣਾਇਆ। ਇੱਦਾਂ ਦੇ ਬੜੇ ਸਾਰੇ ਕ੍ਰੋਮੇਟਿਨ ਫਾਈਬਰਸ ਆ ਗਏ ਨਾ, ਅਤੇ ਕ੍ਰੋਮੇਟਿਨ ਫਾਈਬਰਸ ਨੇ, ਠੀਕ ਹੈ ਨਾ। ਸੋ ਮਿਲ ਕੇ ਕੀ ਬਣਾ ਦਿੱਤੇ? ਕ੍ਰੋਮੋਜ਼ੋਮਸ। ਆਹ ਫਿਰ ਸਾਡਾ ਜੈਨੇਟਿਕ ਮਟੀਰੀਅਲ ਤੋਂ ਦੇਖਿਆ ਗਿਆ ਨਾ, ਡੀਐਨਏ ਵੀ ਵਿੱਚ ਹੀ ਆ ਗਿਆ, ਪ੍ਰੋਟੀਨਸ ਵੀ ਆ ਗਈਆਂ, ਇਹਨਾਂ ਉੱਪਰ ਹੀ ਜੀਨਸ ਪਈਆਂ ਹੁੰਦੀਆਂ। ਸੋ ਇਸ ਤਰੀਕੇ ਦੇ ਨਾਲ ਇਹ ਸੀ ਨਿਊਕਲੀਓਸੋਮ, ਠੀਕ ਹੈ ਜੀ। ਅੱਗੇ ਤੁਹਾਡੇ ਕੋਲ ਆ ਗਈਆਂ ਡੀਐਨਏ ਦੀਆਂ ਟਾਈਪਸ, ਹੈ ਨਾ, ਬੜੀਆਂ ਸੌਖੀਆਂ ਨੇ। ਲੀਨੀਅਰ ਐਂਡ ਸਰਕੂਲਰ ਡੀਐਨਏ, ਟ੍ਰੋਪਿਕ ਐਂਡ ਜੈਨੇਟਿਕ ਡੀਐਨਏ, ਅਤੇ ਤੀਸਰੀ ਟਾਈਪ ਆ ਗਈ ਤੁਹਾਡੇ ਕੋਲ ABCD ਐਂਡ Z ਟਾਈਪ। ਸੋ ਨਾਮ ਤੋਂ ਪਤਾ ਲੱਗਦਾ ਪਿਆ ਬੱਚੇ ਲੀਨੀਅਰ ਡੀਐਨਏ, ਹੈ ਨਾ, ਉਹ ਡੀਐਨਏ ਮੋਲੀਕਿਊਲ 2 ਤਰ੍ਹਾਂ ਦੇ ਹੁੰਦੇ, ਲੀਨੀਅਰ ਅਤੇ ਸਰਕੂਲਰ। ਲੀਨੀਅਰ ਉਹ ਮੋਲੀਕਿਊਲ ਹੁੰਦੇ ਜਿਨ੍ਹਾਂ ਦੇ ਐਂਡ ਬਿਲਕੁਲ ਫ੍ਰੀ ਹੁੰਦੇ ਆ, ਹੈ ਨਾ। ਸੋ ਯੂਕੈਰੀਓਟਿਕ ਜਿਹੜੇ ਸੈਲਸ ਆ ਉਹਨਾਂ ਦੇ ਨਿਊਕਲੀਅਸ ਦੇ ਵਿੱਚ ਪਾਏ ਜਾਂਦੇ ਆ। ਇਹ ਡੀਐਨਏ ਪ੍ਰੋਟੀਨਸ ਦੇ ਨਾਲ ਐਸੋਸੀਏਟਡ ਹੁੰਦੇ ਆ, ਅਤੇ ਅਰੇਂਜ ਹੋ ਕੇ ਪ੍ਰੋਟੀਨਸ ਦੇ ਨਾਲ ਕਈ ਤਰ੍ਹਾਂ ਦੇ ਕ੍ਰੋਮੋਸੋਮਸ ਬਣਾਉਂਦੇ ਆ, ਹੈ ਨਾ। ਸੋ ਤਕਰੀਬਨ ਹਰ ਇੱਕ ਕ੍ਰੋਮੋਜ਼ੋਮ ਦੇ ਅੰਦਰ ਇੱਕ ਲੀਨੀਅਰ ਲੌਂਗ ਡੀਐਨਏ ਡਬਲ ਹੈਲਿਕਸ ਹੈਗਾ। ਜਦ ਕਿ ਸਰਕੂਲਰ ਡੀਐਨਏ ਨਾਮ ਤੋਂ ਪਤਾ ਲੱਗਦਾ ਜਿਨ੍ਹਾਂ ਦੇ ਐਂਡ ਬਿਲਕੁਲ ਜੁੜ ਜਾਂਦੇ ਆ ਅਤੇ ਉਹ ਗੋਲ ਹੋ ਜਾਂਦੇ ਆ ਡੀਐਨਏ। ਇਹ ਪ੍ਰੋਕੈਰੀਓਟਿਕ ਸੈਲਸ ਦੇ ਵਿੱਚ ਪਾਏ ਜਾਂਦੇ ਆ। ਯੂਕੈਰੀਓਟਿਕ ਸੈਲਸ ਦਾ ਜਿਹੜਾ ਮਾਈਟੋਕੌਂਡਰੀਆ ਅਤੇ ਪਲਾਸਟਿਡਸ ਮੀਨਸ ਕਿ ਆਰਗੇਨੈਲਿਸ, ਅਸੀਂ ਇੱਕ ਕੀ ਕਹਿੰਦੇ ਆ ਕਿ ਡੀਐਨਏ ਹਮੇਸ਼ਾ ਨਿਊਕਲੀਅਸ ਦੇ ਵਿੱਚ ਨਹੀਂ ਜ਼ਰੂਰੀ ਪ੍ਰੈਜ਼ੈਂਟ ਹੈਗਾ। ਯੂਕੈਰੀਓਟਿਕ ਸੈਲਸ ਦੇ ਜਿਹੜੇ ਆਰਗੇਨੈਲਿਸ ਆ ਮਾਈਟੋਕੌਂਡਰੀਆ ਪਲਾਸਟਿਡਸ ਵਗੈਰਾ ਉੱਥੇ ਵੀ ਡੀਐਨਏ ਪ੍ਰੈਜ਼ੈਂਟ ਹੈ, ਪਰ ਉੱਥੇ ਇਹ ਪ੍ਰੋਟੀਨਸ ਦੇ ਨਾਲ ਐਸੋਸੀਏਟਡ ਨਹੀਂ ਹੈ। ਤੋਂ ਸਰਕੂਲਰ ਡੀਐਨਏ ਉੱਥੇ ਪ੍ਰੈਜ਼ੈਂਟ ਹੈਗਾ। ਪ੍ਰੋਕੈਰੀਓਟਿਕ ਡੀਐਨਏ ਇੱਕ ਸਿੰਗਲ ਕ੍ਰੋਮੋਜ਼ੋਮ ਦੀ ਤਰ੍ਹਾਂ ਹੀ ਹੁੰਦਾ, ਠੀਕ ਹੈ। ਕੁਝ ਕੇਸਿਸ ਦੇ ਵਿੱਚ ਡੀਐਨਏ ਲੀਨੀਅਰ ਵੀ ਹੁੰਦੇ ਆ, ਅਤੇ ਕੁਝ ਵਾਇਰਸਿਸ ਦੇ ਵਿੱਚ ਡੀਐਨਏ ਸਰਕੂਲਰ ਵੀ ਹੁੰਦੇ ਆ, ਠੀਕ ਹੈ। ਸੋ ਟ੍ਰੋਪਿਕ ਅਤੇ ਜੈਨੇਟਿਕ ਡੀਐਨਏ ਜਿਹੜੇ ਸੀਲੀਏਟਸ ਹੈ ਜਿਨ੍ਹਾਂ ਦੇ ਕੋਲ ਸੀਲੀਆ ਪ੍ਰੈਜ਼ੈਂਟ ਹੈਗੇ, ਉਹਨਾਂ ਦੇ ਕੋਲ ਸੈਪਰੇਟ ਟ੍ਰੋਪਿਕ ਐਂਡ ਜੈਨੇਟਿਕ ਡੀਐਨਏ ਪ੍ਰੈਜ਼ੈਂਟ ਹੈਗਾ, ਜਿਹੜਾ ਕਿ ਉਹਨਾਂ ਦੇ ਮੈਕਰੋ ਨਿਊਕਲੀਅਸ ਅਤੇ ਮਾਈਕਰੋ ਨਿਊਕਲੀਅਸ ਪਤਾ ਨਾ 2 ਤਰ੍ਹਾਂ ਦੇ ਪੜ੍ਹੇ ਹੋਏ ਆ। ਨਿਊਕਲੀਅਰ ਡਾਈਮੋਰਫਿਜ਼ਮ +1 ਕਲਾਸ 'ਚ ਪੜ੍ਹਾਇਆ। 2 ਤਰ੍ਹਾਂ ਦੇ ਨਿਊਕਲੀਅਸ ਹੁੰਦੇ ਨਾ, ਸਮਾਲ ਅਤੇ ਲਾਰਜ, ਠੀਕ ਹੈ। ਸੋ ਉਹਨਾਂ ਦੇ ਵਿੱਚ ਟ੍ਰੋਪਿਕ ਅਤੇ ਜੈਨੇਟਿਕ ਨਿਊਕਲੀਅਸ ਪ੍ਰੈਜ਼ੈਂਟ ਹੁੰਦੇ ਆ। ਮੈਕਰੋ ਨਿਊਕਲੀਅਸ ਜਿਹੜਾ ਹੈਗਾ ਉਹ ਮਤਲਬ ਇਹਨਾਂ ਸੀਲੀਏਟਸ ਦੇ ਵੈਸਟਿਵ ਫੰਕਸ਼ਨਸ ਨੂੰ ਕੰਟਰੋਲ ਕਰਦਾ, ਅਤੇ ਮਾਈਕਰੋ ਜਿਹੜਾ ਹੈਗਾ ਉਹ ਸੈਕਸ਼ੂਅਲ ਰੀਪਰੋਡਕਸ਼ਨ ਨੂੰ ਕੰਟਰੋਲ ਕਰਦਾ। ਦੇਖੋ ਦੋਨਾਂ ਡੀਐਨਏ ਦਾ ਫੰਕਸ਼ਨ ਹੈ,
ਠੀਕ ਹੈ। ਸੋ 5 ਫੋਰਮਸ ਜਿਹੜੀਆਂ ਹੈਗੀਆਂ ਨੇ ਡੀਐਨਏ ਦੀਆਂ, ਠੀਕ ਹੈ। ਸੋ ਇਹ ਜਿਹੜੀਆਂ ਫੋਰਮਸ ਹੈਗੀਆਂ ਨੇ ਇਹ ਵੀ ਕਿਹਨੇ ਦਿੱਤੀਆਂ ਸੀ, ਵਾਟਸਨ ਐਂਡ ਕ੍ਰਿਕ ਨੇ ਦਿੱਤੀਆਂ ਸੀਗੀਆਂ। ਪਰ ਥੋੜ੍ਹੀਆਂ ਬਹੁਤੀਆਂ ਇਹਨਾਂ ਦੇ ਅੰਦਰ ਵੇਰੀਏਸ਼ਨਸ ਹੈਗੀਆਂ ਨੇ। ਜਿਹੜੀ ਬੇਸ ਪੇਅਰਸ ਦੇ ਵਿਚਕਾਰ ਤੁਹਾਨੂੰ ਦੱਸਿਆ ਵੀ ਡਿਸਟੈਂਸ ਹੁੰਦੀ ਹੈ ਜਿਹੜੀ ਕਿ 3.4 ਐਂਗਸਟਰੋਮ ਹੁੰਦੀ ਹੈ ਨਾ, ਉਹਨਾਂ ਦੀ ਕੋਇਲਿੰਗ ਦੀ ਡਾਇਰੈਕਸ਼ਨ ਦੇ ਹਿਸਾਬ ਦੇ ਨਾਲ ਇਹਨਾਂ ਦੀਆਂ ਟਾਈਪਸ ਹੈ। ਏ ਬੀ ਸੀ ਅਤੇ ਡੀ ਜਿਹੜੀਆਂ ਹੈਗੀਆਂ ਰਾਈਟ ਹੈਂਡਡ ਡਬਲ ਹੈਲਿਕਸ ਹੈਗੀਆਂ ਨੇ। ਬੀ ਡੀਐਨਏ ਜਿਹੜਾ ਹੈਗਾ, ਠੀਕ ਹੈ, ਸੋ ਉਹ ਅੰਡਰ ਦਾ ਫਿਜ਼ੋਲੋਜੀਕਲ ਕੰਡੀਸ਼ਨਸ ਹੈ ਨਾ, ਲਿਵਿੰਗ ਸੈਲਸ ਦੇ ਵਿੱਚ ਪਾਏ ਜਾਂਦੇ ਆ। ਸਪੈਸੀਫਿਕੇਸ਼ਨਸ ਹੈਗੀਆਂ ਨੇ, ਠੀਕ ਹੈ। ਸੋ ਇਹ ਜਿਹੜਾ ਹੈਗਾ ਡੀਐਨਏ ਉਹਦੇ ਅੰਦਰ 11 ਬੇਸ ਪੇਅਰ ਟਰਨ ਪ੍ਰੈਜ਼ੈਂਟ ਹੈਗੀਆਂ ਪਰ ਟਰਨ। ਜਿਵੇਂ ਤੁਹਾਨੂੰ ਦੱਸਿਆ ਸੀ ਵਾਟਸਨ ਐਂਡ ਕ੍ਰਿਕ ਨੇ ਨੋਰਮਲੀ 10 ਕਹੀਆਂ ਸੀ, ਠੀਕ ਹੈ ਜੀ। ਸੋ ਪਰ ਇਹ ਟਾਈਪ ਦਾ ਜਿਹੜਾ ਡੀਐਨਏ ਹੈ ਉਹ ਇੱਕ ਟਰਨ ਦੇ ਵਿੱਚ ਹੈ ਨਾ ਪੂਰੀ ਦੇ ਅੰਦਰ 11 ਬੇਸ ਪੇਅਰ ਹੈਗੇ ਨੇ। ਸੀ ਡੀਐਨਏ ਦੇ ਅੰਦਰ 9 ਹੀ ਬੇਸ ਪੇਅਰ ਹੈਗੇ ਨੇ, ਠੀਕ ਹੈ ਜੀ। ਡੀ ਦੇ ਅੰਦਰ 8 ਬੇਸ ਪੇਅਰ ਹੈਗੇ ਨੇ। ਜੈਡ ਦੇਖੋ, ਜੈਡ ਡੀਐਨਏ ਬਿਲਕੁਲ ਹੀ ਅਲੱਗ ਹੈ ਸਾਰਿਆਂ ਨਾਲੋਂ, ਚਾਰਾਂ ਡੀਐਨਏ ਦੇ ਨਾਲੋਂ, ਠੀਕ ਹੈ। ਜੈਡ ਬਿਲਕੁਲ ਅਲੱਗ ਹੈ ਕਿਉਂਕਿ ਇਹ ਲੈਫਟ ਹੈਂਡਡ ਹੈ। ਇਹਦੇ ਅੰਦਰ 12 ਬੇਸ ਪੇਅਰ ਪ੍ਰੈਜ਼ੈਂਟ ਹੈਗੇ ਆ, ਸਮਝਦੇ ਪਏ ਹੋ ਗੱਲ ਨੂੰ, ਹੈ ਨਾ, ਠੀਕ ਹੈ। ਸੋ ਇਹ 45 ਐਂਗਸਟਰੋਮ ਲੌਂਗ ਹੁੰਦੀ ਹੈ ਇਹਦੀ ਇੱਕ ਟਰਨ। ਸ਼ੂਗਰ ਫਾਸਫੇਟ ਬੈਕਬੋਨ ਹੁੰਦੀ ਹੈ ਨਾ। ਸੋ ਨੈਚੁਰਲੀ ਫਿਰ ਬੱਚੇ ਲੈਫਟ ਹੈਂਡਡ ਹੈਗਾ, ਠੀਕ ਹੈ। ਸੋ 12 ਬੇਸ ਪੇਅਰ ਪ੍ਰੈਜ਼ੈਂਟ ਹੈਗੇ, ਇਸ ਕਰਕੇ ਇਹਦੀ ਬੈਕਬੋਨ ਜਿਹੜੀ ਹੈ ਨਾ ਜਿਗ ਜੈਕ ਸ਼ੇਪ ਹੁੰਦੀ ਹੈ, ਇਸੇ ਕਰਕੇ ਇਹਨੂੰ ਨਾਮ ਦੇ ਦਿੱਤਾ ਗਿਆ ਜੈਡ, ਠੀਕ ਹੈ। ਸੋ ਜੈਡ ਡੀਐਨਏ ਜਿਹੜਾ ਹੈਗਾ ਸਭ ਤੋਂ ਇੰਪੋਰਟੈਂਟ ਫੀਚਰ ਹੈ ਵਾਟਸਨ ਐਂਡ ਕ੍ਰਿਕ ਮਾਡਲ ਦਾ, ਠੀਕ ਹੈ ਜੀ। ਸੋ ਇਹਦੇ ਵਿੱਚ ਮੈਂ ਐਂਟੀ ਪੈਰਲਲ ਸਟੈਂਡਸ ਜਿਹੜੇ ਪ੍ਰੈਜ਼ੈਂਟ ਹੈ, ਬੇਸ ਪੇਅਰਿੰਗ ਉੱਦਾਂ ਦੀ ਹੈ, ਏ ਦੀ ਟੀ ਦੇ ਨਾਲ, ਸੀ ਦੀ ਜੀ ਦੇ ਨਾਲ। ਜੈਡ ਡੀਐਨਏ ਜਿਹੜਾ ਸੀਗਾ ਡਿਸਕਵਰਡ ਕੀਤਾ ਗਿਆ ਸੀਗਾ ਅਲੈਗਜ਼ੈਂਡਰ ਰਿਚ ਦੇ ਦੁਆਰਾ ਅਤੇ ਉਹਦੇ ਸਾਥੀਆਂ ਦੇ ਦੁਆਰਾ 1979 ਦੇ ਵਿੱਚ। ਇਹ ਜ਼ਿਆਦਾ ਕਰਕੇ ਕਿਹਦੇ 'ਚ ਪ੍ਰੈਜ਼ੈਂਟ ਹੈ, ਜਿਹੜੀ ਡਰੋਸੋਫਿਲਾ ਫਰੂਟ ਫਲਾਈ ਹੈ ਨਾ, ਉਹਦੇ ਸਲਿਵਰੀ ਗਲੈਂਡਸ, ਮੂੰਹ ਦੇ ਅੰਦਰ ਜਿਹੜੇ ਗਲੈਂਡਸ ਹੁੰਦੇ ਆ ਉਹਦੇ ਅੰਦਰ ਪੋਲੀਟੀਨ ਕ੍ਰੋਮੋਜ਼ੋਮਸ ਪ੍ਰੈਜ਼ੈਂਟ ਹੁੰਦੇ, ਉੱਥੇ ਪ੍ਰੈਜ਼ੈਂਟ ਹੈ ਜੈਡ ਡੀਐਨਏ, ਠੀਕ ਹੈ ਜੀ। ਸੋ ਇਹ ਜੀਨ ਟ੍ਰਾਂਸਕ੍ਰਿਪਸ਼ਨ ਦੇ ਵਿੱਚ ਵੀ ਹੈਲਪ ਕਰਦੇ। ਅੱਗੇ ਤੁਹਾਡੇ ਕੋਲ ਚੌਥੀ ਟਾਈਪ ਦੇ ਆ ਗਏ ਕੋਡਿੰਗ ਐਂਡ ਨੋਨ ਕੋਡਿੰਗ ਡੀਐਨਏ, ਹੈ ਨਾ। ਮਤਲਬ ਕਿ ਅਸੀਂ ਇਹਨਾਂ ਡੀਐਨਏ ਜਿਹੜਾ ਹੈਗਾ ਕਿਸੇ ਵੀ ਸੈੱਲ ਦੇ ਅੰਦਰ ਫੰਕਸ਼ਨਲ ਵੀ ਹੋ ਸਕਦਾ ਅਤੇ ਨਹੀਂ ਵੀ ਹੋ ਸਕਦਾ। ਸੋ ਨੋਨ ਕੋਡਿੰਗ ਡੀਐਨਏ, ਕੋਡਿੰਗ ਡੀਐਨਏ। ਨੋਨ ਕੋਡਿੰਗ ਜ਼ਿਆਦਾ ਕਰਕੇ ਡੀਐਨਏ ਦਾ ਪਾਰਟ ਜਿਹੜਾ ਹੈਗਾ ਯੂਕੈਰੀਓਟਿਕ ਸੈਲਸ ਦੇ ਵਿੱਚ, ਠੀਕ ਹੈ, ਜ਼ਿਆਦਾ ਕਰਕੇ ਜਿਹੜਾ ਡੀਐਨਏ ਹੈਗਾ ਉਹ ਕਿਸੇ ਵੀ ਆਰਐਨਏ ਦੇ ਲਈ ਕੋਡ ਹੀ ਨਹੀਂ ਕਰਦਾ, ਠੀਕ ਹੈ। ਸੋ ਫਿਰ ਜਿਹੜਾ ਐਕਸਟਰਾ ਨੋਨ ਕੋਡਿੰਗ ਡੀਐਨਏ ਜਿਹੜਾ ਹੈਗਾ ਤਾਂ ਮਤਲਬ ਉਹਦਾ ਕੋਈ ਫੰਕਸ਼ਨ ਹੀ ਨਹੀਂ ਹੈਗਾ, ਹੈ ਨਾ, ਠੀਕ ਹੈ। ਸੋ ਜਿਹੜਾ ਨੋਨ ਕੋਡਿੰਗ ਡੀਐਨਏ ਨਾ ਉਹਦੇ ਅੰਦਰ ਕੁਝ ਬੇਸ ਪੇਅਰ ਇੱਦਾਂ ਦੇ ਹੋ ਸਕਦੇ ਆ ਜਿਹੜੇ ਕਿ ਬਾਰ-ਬਾਰ ਰਿਪੀਟ ਹੁੰਦੇ ਪਏ ਆ। ਕੁਝ ਬੇਸ ਪੇਅਰ ਕੀ ਹੋ ਸਕਦੇ, ਬਾਰ-ਬਾਰ ਰਿਪੀਟ ਹੋ ਸਕਦੇ ਆ। ਇਹਨਾਂ ਰਿਪੀਟਡ ਸੀਕੁਐਂਸਿਸ ਨੂੰ ਅਸੀਂ ਬੱਚੇ ਰੈਪੀਟੇਟਿਵ ਡੀਐਨਏ ਵੀ ਕਹਿੰਦੇ ਆ, ਠੀਕ ਹੈ। ਇਹ ਜਿਹੜੇ ਕੁਝ ਰੈਪੀਟੇਟਿਵ ਡੀਐਨਏ ਸੀਕੁਐਂਸਿਸ ਜਿਹੜੇ ਹੈਗੇ ਆ ਨਾ, ਇਹ ਡੀਐਨਏ ਦੇ ਵਿੱਚ ਫਿਕਸਡ ਸਾਈਟ ਦੇ ਉੱਤੇ ਵੀ ਤੁਹਾਨੂੰ ਦੇਖਣ ਨੂੰ ਮਿਲਦੇ ਆ, ਠੀਕ ਹੈ। ਸੇਮ ਸਪੀਸੀਜ਼ ਦੇ ਅਲੱਗ-ਅਲੱਗ ਜਿਹੜੇ ਇੰਡੀਵਿਜੂਅਲ ਹੈਗੇ ਆ ਨਾ ਉਹਨਾਂ ਦੇ ਅੰਦਰ, ਠੀਕ ਹੈ, ਜਿਹੜਾ ਡੀਐਨਏ ਹੈ ਉਹਨਾਂ ਦੀ ਖਾਸ ਫਿਕਸ ਸਾਈਟ ਦੇ ਉੱਤੇ ਵੀ ਤੁਹਾਨੂੰ ਰੈਪੀਟੇਟਿਵ ਡੀਐਨਏ ਮਿਲਦੇ ਆ। ਇੱਦਾਂ ਦਿਆਂ ਨੂੰ ਅਸੀਂ ਮੋਬਾਈਲ ਡੀਐਨਏ ਫਰੈਗਮੈਂਟਸ ਵੀ ਕਹਿੰਦੇ ਆ, ਇਹਨਾਂ ਨੂੰ ਅਸੀਂ ਜੰਪਿੰਗ ਜੀਨਸ ਵੀ ਕਹਿੰਦੇ ਆ। ਇੱਕ ਜੰਪਿੰਗ ਜੀਨ ਜਿਹੜੀ ਹੈਗੀ, ਦੇਖੋ ਨਾ, ਜਿਹੜੀ ਚੀਜ਼ ਮੂਵ ਕਰ ਸਕਦੀ, ਦੇਖੋ ਕਿੰਨੀ ਇੰਟਰਸਟਿੰਗ ਗੱਲ ਹੈਗੀ ਆ। ਸੋ ਇਸ ਕਰਕੇ ਨਹੀਂ ਬੱਚੇ ਕਿ ਉਹ ਤੁਰੇ ਫਿਰਦੇ ਆ, ਮਤਲਬ ਬਸ ਇਹ ਕਿਹਾ ਕਿ ਰਿਪੀਟ ਹੈ, ਰਿਪੀਟ ਹੋ ਰਹੀਆਂ ਨਾਈਟ੍ਰੋਜਨਸ ਬੇਸਿਸ, ਹੈ ਨਾ। ਅਸੀਂ ਇਹਨਾਂ ਨੂੰ ਮੋਬਾਈਲ ਡੀਐਨਏ ਵੀ ਕਹਿੰਦੇ ਹਾਂ, ਇਹਨਾਂ ਨੂੰ ਜੰਪਿੰਗ ਜੀਨਸ ਵੀ ਕਹਿੰਦੇ ਆ, ਹੈ ਨਾ, ਠੀਕ ਹੈ। ਸੋ ਇੱਕ ਜੰਪਿੰਗ ਜੀਨ ਆਪਣੀ ਕਾਪੀ ਖੁਦ ਬਣਾ ਸਕਦੀ ਹੈਗੀ ਹੈ, ਠੀਕ ਹੈ। ਸੋ ਜਿਹੜੀ ਕਿ ਕਿਸੇ ਹੋਰ ਅਨਦਰ ਜੀਨੋਮ ਦੇ ਵਿੱਚ ਜਾ ਕੇ ਇਨਕੋਰਪੋਰੇਟ ਵੀ ਹੋ ਸਕਦੀ ਹੈ। ਕੋਡਿੰਗ ਡੀਐਨਏ, ਹੈ ਨਾ, ਨਾਮ ਤੋਂ ਪਤਾ ਲੱਗਦਾ ਪਿਆ ਇੱਕ ਕੋਡਿੰਗ ਡੀਐਨਏ ਜਿਹੜਾ ਸੀਕੁਐਂਸ ਮਤਲਬ ਕਿ ਜੀਨਸ ਹੀ ਹੋ ਗਈਆਂ, ਠੀਕ ਆ। ਸੋ ਨੋਨ ਫੰਕਸ਼ਨਲ ਡੀਐਨਏ ਦੇ ਵਿੱਚ ਕਿਤੇ ਕਿਤੇ ਪਈਆਂ ਹੁੰਦੀਆਂ, ਸਮਝਦੇ ਪਏ ਹੋ। ਜਿਵੇਂ ਕਿਸੇ ਬਹੁਤ ਵੱਡੇ ਸਮੁੰਦਰ ਦੇ ਵਿੱਚ ਕਿਤੇ ਕਿਤੇ ਆਈਲੈਂਡਸ ਹੁੰਦੇ ਆ ਨਾ, ਇਸੇ ਤਰੀਕੇ ਦੇ ਨਾਲ ਨੋਨ ਫੰਕਸ਼ਨਲ ਜਿਹੜੇ ਡੀਐਨਏ ਉਹਨਾਂ ਦੇ ਵਿੱਚ ਹੀ ਕਿਤੇ ਕਿਤੇ ਕੋਡਿੰਗ ਡੀਐਨਏ ਪਏ ਹੁੰਦੇ ਆ। ਸੋ ਨੈਚੁਰਲੀ ਫਿਰ ਉਹ ਕਿਤੇ ਲਈ ਕੋਡ ਕਰਦੇ ਆ, ਤਾਂ ਪ੍ਰੋਟੀਨ ਕੋਡਿੰਗ ਡੀਐਨਏ ਨਾਮ ਤੋਂ ਪਤਾ ਲੱਗਦਾ ਪਿਆ ਇਹਨਾਂ 'ਚ ਜੈਨੇਟਿਕ ਇਨਫੋਰਮੇਸ਼ਨ ਹੁੰਦੀ ਹੈ, ਠੀਕ ਹੈ, ਜਿਹੜੇ ਕਿ ਕੋਡ ਕਰਦੇ ਆ ਹਿਸਟੋਨ ਪ੍ਰੋਟੀਨਸ ਤੋਂ ਇਲਾਵਾ ਕਿਸੇ ਹੋਰ ਪ੍ਰੋਟੀਨ ਦੇ ਲਈ, ਠੀਕ ਹੈ। ਡੀਐਨਏ ਜਿਹੜੇ ਕਿ ਕੋਡ ਕਰਦੇ ਕਿਤੇ ਲਈ ਆਰਐਨਏ ਦੇ ਲਈ, ਟੀਆਰਐਨਏ ਦੇ ਲਈ ਅਤੇ ਹਿਸਟੋਨਸ ਦੇ ਲਈ। ਨਾਓ ਡੀਐਨਏ ਸੀਕੁਐਂਸਿਸ ਹੈ ਨਾ, ਇਹਨਾਂ ਆਰਐਨਏਜ਼ ਦੇ ਵਾਸਤੇ, ਹਿਸਟੋਨਸ ਦੇ ਵਾਸਤੇ, ਇਹਨਾਂ ਪ੍ਰੋਟੀਨਸ ਦੇ ਲਈ ਕੋਡ ਕਰਦੇ ਹੈਗੇ ਆ, ਠੀਕ ਹੈ। ਸੋ ਇਹ ਵੀ ਬਾਰ-ਬਾਰ ਨੈਚੁਰਲੀ ਰਿਪੀਟਡ ਹੁੰਦੇ ਪਿਆ ਕਿਉਂਕਿ ਇਹ ਸਬਸਟੈਂਸਿਸ ਜਿਹੜੇ ਹੈਗੇ ਆ ਜ਼ਿਆਦਾ ਅਮਾਊਂਟ ਦੇ ਵਿੱਚ ਚਾਹੀਦੇ ਸਾਨੂੰ। ਇੱਕ ਹਿਊਮਨ ਜੀਨੋਮ ਜਿਹੜਾ ਹੈਗਾ ਉਹਦੇ ਅੰਦਰ ਵੀ 400 ਕਾਪੀਜ਼ ਪ੍ਰੈਜ਼ੈਂਟ ਹੈਗੀਆਂ ਨੇ ਰਾਈਬੋਸੋਮਲ ਆਰਐਨਏ ਜੀਨਸ ਦੀਆਂ। ਨਾਓ ਫੰਕਸ਼ਨਸ ਆਫ ਦਾ ਡੀਐਨਏ, ਹੈ ਨਾ, ਇਹ ਤੁਸੀਂ ਹੁਣ ਖੁਦ ਪੜ੍ਹਨੇ ਆ, ਉਹੀ ਬਾਰ-ਬਾਰ ਫੰਕਸ਼ਨ ਹੈ, ਠੀਕ ਹੈ। ਡੀਐਨਏ ਤੋਂ ਆਰਐਨਏ ਪ੍ਰੋਡਿਊਸ ਕੀਤਾ ਜਾ ਸਕਦਾ ਟ੍ਰਾਂਸਕ੍ਰਿਪਸ਼ਨ ਦੀ ਪ੍ਰੋਸੈਸ ਦੇ ਨਾਲ। ਇਹਦੇ ਨਾਲ ਪਾਪੂਲੇਸ਼ਨ ਦੇ ਅੰਦਰ ਵੈਰਾਈਟੀ ਪੈਦਾ ਕੀਤੀ ਜਾ ਸਕਦੀ ਕਿਉਂਕਿ ਨਵੇਂ-ਨਵੇਂ ਕੰਬੀਨੇਸ਼ਨਸ ਤਿਆਰ ਕੀਤੇ ਜਾ ਸਕਦੇ ਕ੍ਰੋਸਿੰਗ ਓਵਰ ਦੀ ਹੈਲਪ ਦੇ ਨਾਲ, ਠੀਕ ਹੈ। ਸੋ ਤੁਸੀਂ ਪੜ੍ਹਨੇ ਖੁਦ ਫੰਕਸ਼ਨ। ਸੋ ਇਸ ਤਰੀਕੇ ਦੇ ਨਾਲ ਕਹਿੰਦਾ ਜੇਕਰ ਅਸੀਂ ਦੇਖੀਏ ਤਾਂ ਡੀਐਨਏ ਜਿਹੜਾ ਹੈਗਾ ਵੈਰੀ ਬੇਸਿਸ ਹੈਗਾ, ਦੇਖੋ ਇਜ਼ ਦਾ ਵੈਰੀ ਬੇਸਿਸ ਆਫ ਲਾਈਫ। ਯੂਜ਼ ਆਫ ਡੀਐਨਏ ਐਂਡ ਪ੍ਰੋਟੀਨਸ ਇਨ ਦਾ ਡਿਟਰਮੀਨੇਸ਼ਨ ਆਫ ਐਵੋਲੂਸ਼ਨਰੀ ਕਿਨਸ਼ਿਪ। ਕਿੱਦਾਂ ਪਤਾ ਲੱਗੇਗਾ ਕਿ ਸਾਡਾ ਆਪਸ ਦੇ ਵਿੱਚ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਹੈ ਡੀਐਨਏ ਤੋਂ। ਡੀਐਨਏ 'ਚ ਮਤਲਬ ਕਿ ਜੀਨਸ
ਤੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਹੈ ਨੈਚੁਰਲੀ ਸ਼ੋ ਕਰਦੇ ਆ ਕਿ ਆਰਗੇਨਿਜ਼ਮਸ ਦਾ ਆਪਸ ਦੇ ਵਿੱਚ ਬਹੁਤ ਜ਼ਿਆਦਾ ਰਿਲੇਸ਼ਨਸ਼ਿਪ ਹੈਗਾ ਹੈ ਨਾ। ਪੇਰੈਂਟਸ ਜਿਹੜੇ ਹੈਗੇ ਆ, ਠੀਕ ਹੈ ਨਾ, ਆਫਸਪ੍ਰਿੰਗਸ ਜਿਹੜੇ ਹੈਗੇ ਪੇਰੈਂਟਸ ਤੋਂ ਗਮੀਟਸ ਦੇ ਥਰੂ ਹੈ ਨਾ ਡੀਐਨਏ ਰਿਸੀਵ ਕਰਦੇ ਆ। ਡੀਐਨਏ ਸੀਕੁਐਂਸਿਸ ਜਿਹੜੀ ਹੈਗੇ ਆ ਉਹਦੇ ਤੋਂ ਪਤਾ ਲੱਗਦਾ ਕਿ ਪ੍ਰੋਟੀਨਸ ਦੇ ਅੰਦਰ ਅਮਾਈਨੋ ਐਸਿਡਸ ਦੀ ਸੀਕੁਐਂਸ ਕਿੱਦਾਂ ਦਾ ਹੋਏਗਾ ਨਾ। ਬੱਚਾ ਜਿਹੜਾ ਹੈਗਾ ਉਹਦੇ ਅੰਦਰ ਜਿਹੜੀਆਂ ਪ੍ਰੋਟੀਨਸ ਬਣੀਆਂ ਪੇਰੈਂਟਸ ਦੇ ਡੀਐਨਏ ਦੇ ਸੀਕੁਐਂਸ ਤੋਂ ਪਤਾ ਲੱਗ ਜਾਂਦੀਆਂ। ਸਿਬਲਿੰਗਸ ਵੀ ਜਿਹੜੇ ਹੈਗੇ ਤੁਹਾਨੂੰ ਪਤਾ ਕਿ ਭੈਣ ਭਰਾ ਜਿਹੜੇ ਹੁੰਦੇ ਆ ਉਹ ਵੀ ਬਹੁਤ ਜ਼ਿਆਦਾ ਸਿਮਿਲਰ ਹੁੰਦੇ ਆ, ਠੀਕ ਹੈ। ਸੋ ਇਸੇ ਤਰੀਕੇ ਨਾਲ ਸੇਮ ਸਪੀਸੀਜ਼ ਜਿਹੜੀਆਂ ਹੈਗੀਆਂ ਨੇ ਕਹਿੰਦਾ ਕਿ ਡੀਐਨਏ ਐਂਡ ਪ੍ਰੋਟੀਨ ਸੀਕੁਐਂਸਿਸ ਜਿਹੜੀਆਂ ਹੈਗੀਆਂ ਨੈਚੁਰਲੀ ਜਿਹੜੇ ਤਾਂ ਬੱਚੇ ਹੈ ਅਤੇ ਉਹਨਾਂ ਦੇ ਪੇਰੈਂਟਸ ਹੈ, ਨੈਚੁਰਲੀ ਬੱਚੇ ਉਹਨਾਂ ਦਾ ਆਪਸ ਦੇ ਵਿੱਚ ਡੀਐਨਏ ਜ਼ਿਆਦਾ ਮਿਲੇਗਾ ਨਾ ਹੋਰ ਕਿਸੇ ਦੇ ਡੀਐਨਏ ਦੇ ਨਾਲੋਂ, ਅਨਰਿਲੇਟਿਡ ਸਪੀਸੀਜ਼ ਦੇ ਡੀਐਨਏ ਦੇ ਨਾਲੋਂ, ਹੈ ਨਾ। ਠੀਕ ਹੈ, ਸੋ ਇਸ ਕਰਕੇ ਅਸੀਂ ਇਹਨੂੰ ਮੋਲੀਕੂਲਰ ਜੀਨਾਲੋਗੀ ਵੀ ਕਹਿੰਦੇ ਆ, ਹੈ ਨਾ, ਜਿਹਦੇ ਤੋਂ ਐਵੋਲੂਸ਼ਨਰੀ ਰਿਲੇਸ਼ਨਸ਼ਿਪ ਪਤਾ ਲੱਗਦਾ। ਜਿੱਦਾਂ ਕਿ ਦੇਖੋ ਤੁਹਾਨੂੰ ਜ਼ਿਆਦਾ ਸਮਝ ਆਉਣਾ 146 ਅਮਾਈਨੋ ਐਸਿਡ ਜਿਹੜੀ ਵਾਲੀ ਲੌਂਗ ਇੱਕ ਬੀਟਾ ਪੋਲੀਪੈਪਟਾਈਡ ਚੇਨ ਹੈ। ਕਿਹਦੀ ਹੈ? ਹਿਊਮਨ ਦੇ ਹੀਮੋਗਲੋਬਿਨ ਦੀ। ਠੀਕ ਹੈ, ਸਾਡਾ ਜਿਹੜਾ ਹੀਮੋਗਲੋਬਿਨ ਪਿਗਮੈਂਟ ਹੈਗਾ ਨਾ, ਠੀਕ ਹੈ, ਸੋ ਪ੍ਰੋਟੀਨ ਹੁੰਦਾ ਨਾ ਬੱਚੇ ਹੀਮੋਗਲੋਬਿਨ, ਹੈ ਨਾ। ਸੋ ਬੱਚੇ ਉਹਦੀ ਬੀਟਾ ਚੇਨ ਜਿਹੜੀ ਹੈਗੀ ਉਹ ਕਾਹਦੀ ਬਣੀ ਹੋਈ ਹੈ? 146 ਅਮਾਈਨੋ ਐਸਿਡ ਦੀ ਬਣੀ ਹੋਈ ਹੈ, ਠੀਕ ਹੈ। ਸੋ ਜਿਹੜਾ ਗੋਰੀਲਾ ਹੈਗਾ, ਕਿਉਂਕਿ ਤੁਸੀਂ ਬੜੀ ਵਾਰੀ ਤੁਹਾਨੂੰ ਸਮਝਾਇਆ ਹੋਇਆ ਕਿ ਜਿਹੜੇ ਸਾਡੇ ਐਨਸੈਸਟਰਸ ਹੈਗੇ ਕਹਿੰਦੇ ਮੌਂਕੀਜ਼ ਹੈ, ਪਰ ਮੌਂਕੀਆਂ ਦੇ ਵਿੱਚੋਂ ਦੀ ਵੀ ਜ਼ਿਆਦਾ ਅਸੀਂ ਗੋਰੀਲਾ ਦੇ ਨੇੜੇ ਆ। ਕਿਉਂ? ਠੀਕ ਹੈ, ਸੋ ਕਿਉਂਕਿ ਆਹ ਦੇਖੋ ਕਿ ਇੱਕ ਅਮਾਈਨੋ ਐਸਿਡ ਤੋਂ ਹੀ ਡਿਫਰ ਕਰਦੀ ਸਾਡੀ ਸਿਰਫ ਪੋਲੀਪੈਪਟਾਈਡ ਚੇਨ ਹੀਮੋਗਲੋਬਿਨ ਦੀ, ਇੱਕ ਅਮਾਈਨੋ ਐਸਿਡਸ ਤੋਂ ਡਿਫਰ ਕਰਦੀ ਹੈ ਗੋਰੀਲਾ ਨਾਲੋਂ। ਇਹਦਾ ਮਤਲਬ ਅਸੀਂ ਗੋਰੀਲਾ ਦੇ ਬਹੁਤ ਜ਼ਿਆਦਾ ਨੇੜੇ ਆ। ਇਸੇ ਤਰੀਕੇ ਨਾਲ ਫਿਰ ਤੋਂ ਦੁਬਾਰਾ ਸਮਰੀ ਆਫ ਡੀਐਨਏ ਕਰੈਕਟਰਿਸਟਿਕਸ ਆ ਕੇ ਕਿੰਨੀ ਵਾਰੀ ਪੜ੍ਹਾ ਦਿੱਤੇ ਆ ਕਰੈਕਟਰਿਸਟਿਕਸ, ਠੀਕ ਹੈ। ਇਹ ਫਿਰ ਤੋਂ ਦੁਬਾਰਾ ਦੇਖੋ 26 27 ਤੁਹਾਨੂੰ ਪੁਆਇੰਟਸ ਦਿੱਤੇ ਹੋਏ ਆ, ਇਹ ਤੁਸੀਂ ਆਪ ਕਰਨੇ। ਉਸ ਤੋਂ ਬਾਅਦ ਅਸੀਂ ਪੜਾਂਗੇ ਰੈਪਲੀਕੇਸ਼ਨ। ਰੈਪਲੀਕੇਸ਼ਨ ਦਾ ਮਤਲਬ ਕਿ ਸਿੰਥੇਸਿਸ ਆਫ ਡੀਐਨਏ, ਯੂਨੀਕ ਪ੍ਰੋਸੈਸ ਹੈਗੀ ਆ, ਅਸੀਂ ਆਈਡੈਂਟੀਕਲ ਕਾਪੀਜ਼ ਡਬਲ ਸਟੈਂਡਰਡ ਆਫ ਡੀਐਨਏ ਦੀਆਂ ਤਿਆਰ ਕਰ ਸਕਦੇ ਹਾਂ, ਹੈ ਨਾ। ਡੀਐਨਏ ਟੈਂਪਲੇਟ ਦੇ ਉੱਤੇ, ਹੈ ਨਾ, ਨਵਾਂ ਡੀਐਨਏ ਦਾ ਸਟੈਂਡ ਤਿਆਰ ਕੀਤਾ ਜਾ ਸਕਦਾ, ਇਹਨੂੰ ਕਹਿੰਦੇ ਡੀਐਨਏ ਰੈਪਲੀਕੇਸ਼ਨ। ਟਾਈਮ ਐਂਡ ਸਾਈਟ ਆਫ ਅਕਰੈਂਸ, ਹੈ ਨਾ, ਕਦੋਂ ਅਸੀਂ ਡੀਐਨਏ ਦੀ ਕਾਪੀਜ਼ ਤਿਆਰ ਕਰਦੇ ਹਾਂ ਡੀਐਨਏ ਆਪਣੀਆਂ। ਰੈਪਲੀਕੇਸ਼ਨ ਜਿਹੜੀ ਹੈਗੀ ਯੂਕੈਰੀਓਟਸ ਦੇ ਵਿੱਚ ਤਾਂ ਨਿਊਕਲੀਅਸ ਦੇ ਅੰਦਰ ਹੁੰਦੀ ਹੈ। ਧਿਆਨ ਨਾਲ ਸੁਣੋ, ਜਦੋਂ ਸੈੱਲ ਸਾਈਕਲ ਚੱਲਦਾ ਤਾਂ ਉਹਦੇ ਐਸ ਫੇਜ਼ ਦੇ ਦੌਰਾਨ ਹੁੰਦੀ ਹੈ। ਜਦੋਂ ਜਿਹੜੇ ਕ੍ਰੋਮੋਸੋਮਸ ਹੁੰਦੇ ਹਮੇਸ਼ਾ ਐਕਸਟੈਂਡਡ ਫੋਰਮ ਦੇ ਵਿੱਚ ਹੁੰਦੇ ਆ, ਠੀਕ ਹੈ, ਤੁਹਾਨੂੰ ਪੂਰੇ ਤਰੀਕੇ ਨਾਲ ਵਿਜ਼ੀਬਲ ਨਹੀਂ ਹੁੰਦੇ, ਹੈ ਨਾ। ਉਹ ਸਟਿਮੂਲਸ ਜਿਹੜੀ ਕਿ, ਠੀਕ ਹੈ, ਇਸ ਸਮੇਂ ਦੇ ਉੱਤੇ ਇਸ ਪ੍ਰੋਸੈਸ ਨੂੰ ਸ਼ੁਰੂ ਕਰਦੀ ਹੈ, ਕਿਸੇ ਹੋਰ ਸਮੇਂ ਦੇ ਉੱਤੇ ਰੋਕ ਵੀ ਸਕਦੀ ਹੈ, ਉਹਦੇ ਬਾਰੇ 'ਚ ਸਾਨੂੰ ਕਲੀਅਰਿਟੀ ਨਹੀਂ ਹੈ। ਜਦ ਕਿ ਜਿਹੜੇ ਪ੍ਰੋਕੈਰੀਓਟਸ ਹੁੰਦੇ ਆ ਉਹਨਾਂ ਦੇ ਵਿੱਚ ਰੈਪਲੀਕੇਸ਼ਨ ਕਿੱਥੇ ਹੁੰਦੀ? ਡੀਐਨਏ ਦੀ ਸਾਈਟੋਪਲਾਜ਼ਮ ਦੇ ਵਿੱਚ ਹੁੰਦੀ ਹੈ, ਕੰਟੀਨਿਊਸ ਪ੍ਰੋਸੈਸ ਹੁੰਦੀ ਹੈ, ਠੀਕ ਹੈ। ਮੋਡ ਆਫ ਰੈਪਲੀਕੇਸ਼ਨ ਜੇਕਰ ਅਸੀਂ ਦੇਖੀਏ, ਸੋ ਬੱਚੇ ਇਹ ਤੁਹਾਨੂੰ ਕੁਐਸਚਨ ਵੀ ਹੈਗਾ ਕਿ ਡੀਐਨਏ ਰੈਪਲੀਕੇਸ਼ਨ ਇਜ਼ ਸੈਮੀ ਕੰਜ਼ਰਵੇਟਿਵ। ਇਹਦੇ ਲਈ ਐਕਸਪੈਰੀਮੈਂਟ ਵੀ ਕੀਤਾ ਗਿਆ, ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈਗਾ, ਇਹ ਬੋਰਡ ਦਾ ਕੁਐਸਚਨ ਹੈ। ਮੀਜ਼ਲਸਨ ਐਂਡ ਸਟਾਹਲਸ ਦਾ ਇਹ ਮਾਡਲ ਹੈਗਾ। ਮੈਂ ਤੁਹਾਨੂੰ ਬੱਚੇ ਅੱਜ ਰਿਟਨ ਵਰਕ ਵੀ ਪਾ ਦਾਂਗੀ, ਹੈ ਨਾ। ਸੋ ਇਸ ਚੈਪਟਰ ਦਾ ਤੁਸੀਂ ਰਿਟਨ ਵਰਕ ਵੀ ਕਰਨਾ ਸ਼ੁਰੂ ਕਰਨਾ। ਇੱਥੇ ਤੱਕ ਤੁਸੀਂ ਵੀਡੀਓ ਨੂੰ ਸਮਝੋ।